जन्म अपनो ते हारियो, गोविंद गत नहीं जानी। रतन जन्म अपनो ते हारियो, गोविंद गत नहीं जानी। निमक नलीन पयो चरणन जो, बिरतात सिरानी। निमक नलीन पयो चरणन जो, बिरतात सिरानी। मन रे कहाँ गयो, कहाँ गयो ते भोरा, ते भोरा। मन रे कहाँ गयो, कहाँ गयो ते भोरा, ते भोरा। मन रे कहु नानक सोई नर सुखिया, राम नाम गुण गावे। कहु नानक सोई नर सुखिया, राम नाम गुण गावे। और सगल जग माया माया, निर्भय पद नहीं पावे। और सगल जग माया माया, निर्भय पद नहीं पावे। मन रे कहाँ गयो, कहाँ गयो ते भोरा, ते भोरा। मन रे कहाँ गयो, कहाँ गयो ते भोरा, ते भोरा। ऐसी ओट कटे नहीं जाने, पैरो लोग संग होरा। ऐसी ओट कटे नहीं जाने, पैरो लोग संग होरा। अहलस याद कटे नहीं जाने, पयो लोग संग होरा। अहलस याद कटे नहीं जाने, पयो लोग संग होरा। मन रे कहाँ गयो, कहाँ गयो ते भोरा, ते भोरा। मन रे कहाँ गयो, कहाँ गयो ते भोरा, ते भोरा, ते भोरा। इतनी ही सेवा प्रदान करनी। बख्शो सीसा, बुलाइए फतेह। वाहिगुरु जी का खालसा, वाहिगुरु जी की ਨਿਰਭਉ ਨਿਰਵੈਰ ਅਕਾਲ
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ ਜੋ 1 ਤਰੀਕ ਤੋਂ ਲਗਾਤਾਰ ਸੰਤ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਜੋ ਗੁਰੂ ਨਵਾਜੀ ਆਤਮਾ ਸਨ, ਉਹਨਾਂ ਦੀ ਮਿੱਠੀ ਯਾਦ ਵਿੱਚ ਇਹ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰੀ ਹੈ। ਗੁਰੂ ਵਰਸਾਏ ਬਾਬਾ ਸੇਵਾ ਸਿੰਘ ਜੀ, ਜਿਹੜੇ ਹਰ ਸਾਲ ਆਪ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਆਵਾਜ਼ ਮਾਰਦੇ ਨੇ ਔਰ ਇਹ ਸਤਸੰਗ ਰਚੇ ਜਾਂਦੇ ਨੇ। ਸਤਿਗੁਰੂ ਨੇ ਮੁਬਾਰਕ ਬਾਣੀ ਦੇ ਅੰਦਰ ਐਸੀਆਂ ਆਤਮਾਵਾਂ ਨੂੰ ਬੜੇ ਬਖਸ਼ਿਸ਼ ਭਰੇ ਬਚਨਾਂ ਨਾਲ ਨਵਾਜਿਆ ਹੈ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ। ਐਸੇ ਮਹਾਪੁਰਸ਼ ਜੋ ਸੰਸਾਰ ਤੇ ਆਉਂਦੇ ਨੇ ਔਰ ਸੰਸਾਰੀ ਜੀਵਾਂ ਨੂੰ ਪ੍ਰਭੂ ਦੀ ਭਗਤੀ ਨਾਲ ਜੋੜਦੇ ਨੇ ਔਰ ਉਹਨਾਂ ਨੂੰ ਆਤਮਿਕ ਜੀਵਨ ਬਖਸ਼ਦੇ ਨੇ। ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਲੋਕ ਦਰਜ ਨੇ ਔਰ ਉਹਨਾਂ ਸ਼ਲੋਕਾਂ ਵਿੱਚ ਅੰਕਿਤ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਇੱਕ ਪਰਮੇਸ਼ਰ ਹੈ ਜੋ ਮੁਕਤੀ ਦਾ ਦਾਤਾ ਹੈ, ਇੱਕ ਸਾਨੂੰ ਉਸ ਮੁਕਤੀ ਦੇ ਦਾਤੇ ਦੇ ਨਾਮ ਨਾਲ ਜੋੜਨ ਵਾਲਾ ਹੈ, ਜਿਸ ਨੂੰ ਇਹ ਸੰਤ ਪਦਵੀ ਪ੍ਰਾਪਤ ਹੁੰਦੀ ਹੈ। ਸੰਤ ਕੋਈ ਨਾਮ ਨਹੀਂ ਹੈ। ਅਕਸਰ ਅਸੀਂ ਲੋਕ ਭੁੱਲ ਜਾਂਦੇ ਹਾਂ ਪਰ ਇੱਕ ਨਾਮ ਦੇ ਤਰ੍ਹਾਂ ਆਪਣੇ ਨਾਮ ਦੇ ਨਾਲ ਸੰਤ ਲਿਖ ਦੇਣਾ, ਇਹ ਸਾਡਾ ਸੁਭਾਅ ਬਣ ਚੁੱਕਿਆ ਹੈ। ਸਤਿਗੁਰੂ ਦੀ ਮੁਬਾਰਕ ਬਾਣੀ ਦੇ ਅੰਦਰ ਭੱਟਾਂ ਦੇ ਸੋਈਏ ਦਰਜ ਨੇ। ਇਹ ਭੱਟ ਕੌਣ ਸਨ? ਭੱਟ ਕਵੀਆਂ ਨੂੰ ਕਿਹਾ ਜਾਂਦਾ ਹੈ, ਪਰ ਇਹ ਕਵੀ ਉਹ ਨਹੀਂ ਸਨ ਜਿਹੜੇ ਅੱਜ ਸਾਨੂੰ ਵਿਆਹਾਂ ਸ਼ਾਦੀਆਂ ਤੇ ਮਿਲ ਜਾਂਦੇ ਨੇ ਤੇ ਫਿਰ ਕਿਸੇ ਨਾਨੀ ਨੂੰ ਕਬਰਾਂ ਵਿੱਚੋਂ ਉਠਾ ਕੇ, ਕਿਸੇ ਦਾਦੀ ਨੂੰ ਸਵਰਗਾਂ ਵਿੱਚੋਂ ਉਠਾ ਕੇ
ਉਹਨਾਂ ਦੇ ਕੋਲੋਂ ਹਾਰ ਬਣਵਾ ਲੈਂਦੇ ਨੇ, ਬੱਚੀ ਬੱਚੇ ਦੇ ਗਲ ਵਿੱਚ ਪਾ ਦਿੰਦੇ ਨੇ। ਇਹ ਇਦਾਂ ਦੇ ਕਵੀ ਨਹੀਂ ਸਨ, ਇਹ ਸੱਚ ਦੇ ਮੁਤਲੈਸ਼ੀ ਕਵੀ ਸਨ। ਤੇ ਜਦੋਂ ਇਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਏ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ, ਇਹਨਾਂ ਦੇ ਮਨ ਦਾ ਮਨੋਰਥ ਪੂਰਾ ਹੋ ਗਿਆ। ਇਹਨਾਂ ਨੇ ਆ ਕੇ ਦੱਸਿਆ ਸੀ ਸਤਿਗੁਰੂ ਜੀ ਨੂੰ, ਮਹਾਰਾਜ ਅਸੀਂ ਤਾਂ ਸੱਚ ਦੀ ਭਾਲ ਵਿੱਚ ਕਿਸੇ ਸੱਚ ਦੇ ਨਾਲ ਭਰੇ ਹੋਏ ਕਿਸੇ ਮਹਾਪੁਰਸ਼ ਸੰਤ ਦੀ ਭਾਲ ਵਿੱਚ ਤੁਰੇ ਆ। ਪਰ ਕਹਿਣ ਲੱਗੇ ਸਾਨੂੰ ਕੋਈ ਨਹੀਂ ਮਿਲਿਆ। ਇਹਨਾਂ ਭੱਟਾਂ ਦੀ ਅਗਵਾਈ ਕਰਨ ਵਾਲੇ ਭੱਟ ਭਿੱਖਾ ਜੀ ਫਿਰ ਸਤਿਗੁਰੂ ਦੇ ਸਨਮੁਖ ਖਲੋ ਕੇ ਕਹਿੰਦੇ ਨੇ, ਮਹਾਰਾਜ ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ। ਅਸੀਂ ਬਹੁਤ ਪੜਤਾਲ ਕੀਤੀ, ਖੋਜ ਕੀਤੀ, ਕੋਈ ਸੰਤ ਪੁਰਸ਼ ਮਿਲ ਜਾਏ। ਸਾਧ ਤਾਂ ਮਿਲ ਗਏ ਪਰ ਕੋਈ ਸੰਤ ਨਹੀਂ ਮਿਲਿਆ। ਕਿਉਂਕਿ ਕਹਿੰਦੇ ਨੇ ਸਾਨੂੰ 1 ਸਾਲ ਦਾ ਸਮਾਂ 12 ਮਹੀਨੇ ਬੀਤ ਗਏ ਨੇ। कहते हैं कहती सुनी वाली बात तो सामने आई है, पर रहत को खुशी ना आयो। पर जदों रहत वाली गल आई तो मन प्रसन्न नहीं होया। बरस एक हों फिरियो, किने न परचो लायो। कहते हैं कहती सुनी रहत को खुशी ना आयो। इस सतगुरु की मुबारक बाणी के अंदर जो संत पद की महिमा है, जो संत पद की वडियाई है, ये कोई नाम नहीं है, ये एक अवस्था की बात है। परमार्थ ते तुरन वाला जदों ਉਹਦਾ ਜੀਵਨ ਐਸਾ ਬਣ ਜਾਏ, ਸਤਿਗੁਰੂ ਨੇ ਦੱਸਿਆ ਸੰਤ ਕਿਸ ਨੂੰ ਕਹਿੰਦੇ ਨੇ। ਸੰਤ ਦਾ ਰਸਤਾ ਕਿਹੜਾ ਹੁੰਦਾ ਹੈ, ਪਰ ਇਹ ਆਮ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦਾ। ਕੋਈ ਵਡਭਾਗੀ ਵੱਡੇ ਭਾਗਾਂ ਵਾਲਾ ਹੀ ਇਸ ਮਾਰਗ ਦਾ ਪਾਂਧੀ ਬਣਦਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਕੋਈ ਵੱਡੇ ਭਾਗਾਂ ਵਾਲਾ ਇਸ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਕਿਉਂਕਿ ਜੋ ਆਪ ਉਸ ਪ੍ਰਭੂ ਪਰਮਾਤਮਾ ਦੀ ਨਵਾਜ਼ਿਸ਼ ਬਖਸ਼ਿਸ਼ ਦਾ ਪਾਤਰ ਬਣੇਗਾ, ਜਿਹਦੇ ਆਪਣੇ ਹਿਰਦੇ ਦੇ ਅੰਦਰ ਇਸ ਨਾਮ ਦੀ ਵਰਖਾ ਹੋਏਗੀ, ਉਹੀ ਫਿਰ ਜਾ ਕੇ ਦੂਸਰਿਆਂ ਨੂੰ ਨਾਮ ਜਪਾਏਗਾ। ਜਦੋਂ ਦੇਸੀ ਮਹੀਨਿਆਂ ਦਾ ਆਰੰਭ ਹੁੰਦਾ ਹੈ ਨਾ, ਤਾਂ ਸਤਿਗੁਰੂ ਜੀ ਨੇ ਕਥਨ ਕੀਤਾ, ਚੇਤ ਗੋਵਿੰਦ ਆਰਾਧੀ ਹੈ, ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈ ਹੈ, ਰਸਨਾ ਨਾਮ ਭਣਾ। ਇਹ ਸੰਤ ਜਪਾਵੇ ਨਾਮ, ਨਾਮ ਜਪਾਉਣ ਵਾਲੇ ਦਾ ਨਾਂ ਹੀ ਸੰਤ ਹੈ। ਇਹ ਸੰਤਾਂ ਦੀ ਸੰਗਤ ਵਿੱਚ ਬੈਠਣ ਵਾਲੇ ਨੂੰ ਤੇਰੇ, ਔਰ ਉਹ ਮਾਲਕ ਵੀ ਇਹਨਾਂ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਜਿਹੜੇ ਇਸ ਤਰ੍ਹਾਂ ਆਪਾ ਸਮਰਪਿਤ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਦੇ ਕਾਰਜ ਵੀ ਉਹ ਪਰਮੇਸ਼ਰ ਫਿਰ ਆਪ ਸਵਾਰਦਾ ਹੈ।
ਅੱਜ ਅਸੀਂ ਇਸ ਮੁਬਾਰਕ ਧਰਤੀ ਤੇ ਜੋ ਇੱਕ ਜੰਗਲ ਦੀ ਨੁਮਾ ਬਿਆਬਾਨ ਸੀ, ਪਰ ਉਹਨਾਂ ਮਹਾਪੁਰਸ਼ਾਂ ਦੇ ਇੱਥੇ ਬੈਠ ਕੇ ਬੰਦਗੀ ਕਰਨ ਦਾ ਇਹ ਪ੍ਰਤਾਪ ਹੈ ਕਿ ਅੱਜ ਇਸ ਜੰਗਲ ਦੇ ਵਿੱਚ ਮੰਗਲ ਹੈ। ਦਾਸ ਜਦੋਂ ਰਸਤੇ ਵਿੱਚ ਵੀ ਆ ਰਿਹਾ ਸੀ ਤੇ ਆਪਣੇ ਨਾਲ ਹੋਰ ਵੀਰਾਂ ਨਾਲ ਬਚਨ ਵਿਲਾਸ ਕਰਦਿਆਂ ਇਹੋ ਹੀ ਗੱਲ ਸਾਹਮਣੇ ਆਉਂਦੀ ਸੀ ਬਾਰ-ਬਾਰ ਕਿ ਇਹ ਸਾਰੇ ਇਲਾਕੇ ਦੇ ਅੰਦਰ ਕੋਈ ਸਿੰਘ ਅਖਵਾਉਣ ਵਾਲਾ ਨਹੀਂ ਸੀ। ਅਕਸਰ ਲੋਕ ਹੁੱਕੇ ਪੀਣ ਵਾਲੇ ਬਹੁਤਾਤ ਵਿੱਚ ਸਨ, ਪਰ ਇੱਥੇ ਆ ਕੇ ਐਸਾ ਨਾਮ ਦਾ ਅੰਮ੍ਰਿਤ ਦਾ ਛੱਟਾ ਉਹਨਾਂ ਨੇ ਸਾਡੇ ਨੇਤਰਾਂ ਵਿੱਚ ਪਾਇਆ, ਸਾਡੇ ਮੁਖ ਵਿੱਚ ਪਾਇਆ ਕਿ ਅੱਜ ਜਿਉਂ ਹੀ ਇਸ ਸੜਕ ਤੋਂ ਇਸ ਪਾਸੇ ਨੂੰ ਮੁੜਨ ਦਾ ਸੁਭਾਗ ਹੋਇਆ ਤੇ ਅਕਸਰ ਗੁਰੂ ਕੇ ਤਿਆਰ ਬਰ ਤਿਆਰ ਉਹ ਦੀਦਾਰ ਖਾਲਸੇ का ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰਨ ਨੂੰ ਪ੍ਰਾਪਤ ਹੋਏ। ਸਤਿਗੁਰੂ ਰਹਿਮਤ ਕਰਨ। ਇਸੇ ਤਰ੍ਹਾਂ ਅਸੀਂ ਇਸ ਪਾਵਨ ਅਸਥਾਨ ਤੇ ਜੁੜਦੇ ਰਹੀਏ, ਉਹਨਾਂ ਮਹਾਪੁਰਸ਼ਾਂ ਦੀ ਪ੍ਰੇਰਣਾ ਲੈ ਕੇ ਗੁਰੂ ਵਾਲੇ ਬਣਦੇ ਰਹੀਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ, ਅੰਮ੍ਰਿਤ ਵੇਲੇ ਦੀ ਦਾਤ, ਨਿਤਨੇਮ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪੈਂਦੀਆਂ ਰਹਿਣ। ਦਾਸ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਇਹ ਸੁਭਾਗ ਬਣਿਆ। ਸੰਤ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਦਾ ਧੰਨਵਾਦੀ ਹੈ, ਜੋ ਪਿਛਲੇ ਸਮੇਂ ਵਿੱਚ ਦਿੱਲੀ ਆਏ, ਬੜਾ ਪਿਆਰ ਦਿੱਤਾ, ਆਵਾਜ਼ ਮਾਰੀ, ਆਪ ਸੰਗਤਾਂ ਦੇ ਚਰਨ ਪਰਸਨ ਦਾ ਇਹ ਸਮਾਂ ਪ੍ਰਾਪਤ ਹੋਇਆ। ਹੁਣ ਅਗਲਾ ਪ੍ਰੋਗਰਾਮ ਆਪ ਸਰਵਣ ਕਰੋ। ਦਾਸ ਨੂੰ ਛੁੱਟੀਆਂ ਬਖਸ਼ੋ, ਭੁੱਲਾਂ ਬਖਸ਼ਦੇ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪਹਿਲਾਂ ਸੰਤ ਬਾਬਾ ਸੇਵਾ ਸਿੰਘ ਜੀ ਗੁਰੂ ਪਿਆਰਿਆਂ ਨੂੰ ਸਿਰੋਪਾ ਬਖਸ਼ਿਸ਼ ਕਰਨਗੇ। ਬੋਲੇ ਸੋ ਨਿਹਾਲ। ਔਰ ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸੰਤ ਮੰਡਲ ਸੰਤ ਮੰਡਲ ਸੰਤ ਮੰਡਲ ਕਹਾਂ ਕਾ ਨਾਮ ਸੰਤ ਮੰਡਲ ਕਹਾਂ ਕੋ ਨਾਮ ਸੰਤ ਮੰਡਲ ਕਹਾਂ ਕੋ ਨਾਮ ਪਾਰ ਬ੍ਰਹਮ ਕੇਵਲ ਗੁਣ ਗਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਕੇਵਲ ਗੁਣ ਗਾਉ ਕੇਵਲ ਗੁਣ ਗਾਉ ਸੰਤ ਮੰਡਲ ਕਹਾਂ ਕਾ ਨਾਮ ਕਹਾਂ ਕਾ ਨਾਮ ਸੰਤ ਮੰਡਲ में निशानियां संत मंडल में है हर मन बसे संत मंडल में हर मन बसे
दूरत सब नासै, दूरत सब नासै, संत मंडल सारे को संत मंडल कहाँ का नाम, कहाँ का नाम। संत मंडल में निर्मल रीत, संत मंडल में निर्मल रीत, संत संग वे एक प्रीत, वे एक प्रीत, वे एक प्रीत। वाहिगुरु 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 होए एक प्रीत, होए एक प्रीत। संत मंडल कहाँ का नाम, कहाँ का संत मंडल में संत मंडल में जन्म मरण रहे, संत मंडल में जन्म मरण रहे, संत मंडल में जम किछ न कहे, जम किछ न कहे, जम किछ न कहे। संत मंडल में जम किछ न कहे, जम किछ न कहे।
जम किछ न कहे संत मंडल कहाँ का पार ब्रह्म केवल गुण वाहिगुरु 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 संत संग हो निर्मल बाणी संत संग हो निर्मल बाणी संत मंडल मन माए समाणी मन माए समाणी मन माए समाणी वाहिगुरु 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 संत मंडल कहाँ का कहाँ का संत मंडल का ले चल आसन संत मंडल का ले चल आसन संत मंडल में पाप विनाशन संत मंडल में पाप विनाशन पाप विनाशन पाप विनाशन संत मंडल कहाँ का कहाँ का कहाँ का पार ब्रह्म केवल गुण गान
संत मंडल में निर्मल कथा, निर्मल कथा, निर्मल कथा सबते उत्तम हर की कथा। कथा सुनत मल सगली खोवे, कथा सुनत मल सगली खोवे, गुण गावत मन हरिया होवे, गुण गावत मन हरिया हुए। कथा सुनत, कथा सुनत, कथा सुनत मल सगली खोवे, मल सगली खोवे, मल सगली खोवे, मल सगली खोवे। संत मंडल में निर्मल कथा, संत संग हो मैं दुख नासा, हो मैं दुख नासा, हो मैं दुख नासा। संत मंडल मंडल, संत मंडल मंडल, संत मंडल कहाँ का नाम, कहाँ का नाम। केवल गुण गान, केवल गुण गान। संत मंडल का नहीं विनाश, संत मंडल का नहीं विनाश। संत मंडल में हरि गुण तास, ध्यान देना। संत मंडल ठाकुर विश्राम, मेरे मालिक किथे विश्राम करते हैं, प्रभु किथे विश्राम करते हैं। संत मंडल ठाकुर विश्राम, संत मंडल ठाकुर विश्राम।
ਕੇਵਲ ਗੁਣ ਗਾਉ ਹਰਿ ਬੋਲ ਪਾਰ ਬ੍ਰਹਮ ਦੇ ਪਾਰ ਬ੍ਰਹਮ ਬੋਲੋ ਪਾਰ ਬ੍ਰਹਮ ਕੇਵਲ ਗੁਣ ਗਾਉ ਓ ਵਾਹਿਗੁਰੂ 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 ਸੰਤ ਮੰਡਲ ਕਹਾਂ ਕਾ ਨਾਮ ਕਹਾਂ ਕਾ ਨਾਮ ਜਾਤੇ ਸੰਤ ਬੋਲੋ ਜਾਤੇ ਸੰਤ ਪਿਆਰ ਨਾਲ ਸਾਰੇ ਬੋਲੋ ਜਾਤੇ ਸੰਤ ਇਹ ਮਨ ਨਿਰਮਲ ਕੇਵਲ ਨਾਮ ਗਾਈ ਵਾਹਿਗੁਰੂ 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 ਤੋ ਕੇਵਲ ਨਾਮ ਗਾਈਐ 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 ਸੰਤ ਮੰਡਲ ਕੇਵਲ ਨਾਮ ਗਾਈਐ ਕੇਵਲ ਨਾਮ ਗਾਈਐ ਕੇਵਲ ਨਾਮ ਗਾਈਐ ਕੇਵਲ ਨਾਮ ਗਾਈਐ ਸੰਤ ਮੰਡਲ ਕਹਾਂ ਕਾ ਨਾਮ ਪਾਰ ਬ੍ਰਹਮ ਕੇਵਲ ਗੁਣ ਗਾਉ ਕੇਵਲ ਗੁਣ ਗਾਉ ਸਰਬ ਜੀਆਂ ਕਾ ਜਾਣੇ ਪਿਓ ਕਿਰਪਾ ਨਿਦਾਨ ਨਰਿੰਜਨ ਦੇਓ ਪਾਰ ਬ੍ਰਹਮ ਜਪੇ ਕਿਰਪਾਲ ਪਾਰ ਬ੍ਰਹਮ ਜਪੇ ਕਿਰਪਾਲ ਸਾਰੇ ਬੋਲਿਓ ਉਹ ਤਬ ਪੇਟੇ ਗੁਰਸਾਦ ਦਿਆਲ ਤਬ ਪੇਟੇ ਗੁਰਸਾਦ ਦਿਆਲ ਗੁਰਸਾਦ ਦਿਆਲ ਗੁਰਸਾਦ ਦੀ ਇਹਨਾਂ ਦੇ ਚਰਨਾਂ 'ਚ ਬੈਠ ਕੇ ਕੀ ਕਰੀਏ ਕੇਵਲ ਨਾਮ ਗਾਈਏ 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 ਵਾਹਿਗੁਰੂ 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 ਗੁਰੂ ਵਾਹਿਗੁਰੂ 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 ਕੇਵਲ ਨਾਮ ਗਾਈਐ ਕੇਵਲ ਨਾਮ ਗਾਈਐ ਕੇਵਲ ਨਾਮ ਗਾਈਐ ਕੇਵਲ ਨਾਮ
संत मंडल केवल नाम गाइए, केवल नाम गाइए, केवल नाम गाइए, केवल नाम गाइए। संत मंडल कहाँ का नाम, कहाँ का नाम, कहाँ का नाम, तो पार ब्रह्म केवल गुण गान, केवल गुण गान। दिल शरण नानक नाम धियाए, सुख सहज आनंद हर नाए, आनंद हर नाए, आनंद हर नाए, आनंद हर नाए। ये संत मंडल मंडल संत मंडल मंडल संत मंडल कहाँ का नाम, कहाँ का नाम, संत प्रसाद जपे हर नाम, संत प्रसाद हर कीर्तन गाओ, हर कीर्तन गाओ, हर कीर्तन गाओ, हर कीर्तन गाओ। वो केवल नाम गाइए, केवल नाम गाइए, केवल नाम गाइए, केवल नाम गाइए। वाहिगुरु 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 वाहिगुरु। संतन कै सुनियत प्रभु की बात, संतन कै सुनियत प्रभु की बात। ये तो प्रभु दी गल्लां सुनन दी। संतन कै सुनियत प्रभु की बात, कथा कीर्तन आनंद मंगल सुन, कथा कीर्तन आनंद मंगल सुन। पूर रही दिनस और रात, पूर रही दिनस और रात। संत मंडल संत मंडल मंडल संत मंडल मंडल संत मंडल कहाँ का नाम, कहाँ का नाम। इतनी सेवा स्वीकार करना, अखरवाद काट पुलझ माफ कर देनी। गुरुमुख प्यारे और रल के सिमरन करया करिए, गुरु नाल जुड़िए, गज के फतेह बुलाओ। वाहिगुरु जी का खालसा, वाहिगुरु जी की बख्शिश करनी। बोले सो निहाल। 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 बोले
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਹੁਣ ਭਾਈ ਹਰਵਿੰਦਰ ਸਿੰਘ ਜੀ ਮਹਾਂਪੁਰਖਾਂ ਦੇ ਛੋਟੇ ਭਰਾ जिन्हों ने संत बाबा आए से प्रवान है सब कुल का करे उधार। जिन्हें आत्माओं प्रति ये आख्या गया कि सफल जन्म हर जन का उपजया, जिन कीनो सौत विधाता, वो पूजन योग ने। वैसे तो हर मनुख संसार में आउंदा है, अपने कर्मां दी पंड बन के लै जांदा है ते अपने कर्मां दी धूड़ पिछे छड़ जांदा है। पर एक ऐसे भी ने जेड़े ना वो मरे ना ठाके जाहे, वो आए ने पर अपनी निर्मल याद सदा लई छड्ड गए। उन्हां लई आपां आखदे हां कौन मुआ रे कौन मुआ, ब्रह्म ज्ञानी मिल करो विचारा, ये तो चलत पया। कौन कह सकदा वो मरे ने। हजारां दी तादाद विच जुड़े हुए अमृतधारी खालसे सेवा सिमरन दी लाग वाले उन्हां दा ही रूप ने, जिनी संसार ते आउण दे मनोरथ नूं जान लिया कि भई प्राप्त मानुख देहरिया, गोविंद मिलन की यह तेरी बरिया। अवर काज तेरे किता ना काम, मिल साध संगत भज केवल नाम। जिनी समझाया अपने आप नूं कि शरीरा मेरेया इस जग में आए क्या तुद कर्म कमाया। जिनी आख्या के नेत्र हो मेरे हो हर तुम मैं जोत धरी, हर बिन अवर न देखो कोई। पढ़ते आपां भी हां, जिनी अमली रूप च घटाया होवे के सरवणो मेरे हो सच सुनने नो पठाए। जिन्हां गुरमुख प्यारियां लई मैं गुरबाणी आधार है, गुरबाणी लाग रहा हूं। जो गाउंदे रहे सारी जिंदगी आखां जीवा, बिसरै मर जाऊं। जिनी सारी जिंदगी मन ही नाल झगड़ा, मन ही नाल सद करके मन ते वजई हो के मन नूं अपनी हदायत ते तोरिया के मना केवल सो किछ कर, जित मैल ना लग। ना पानी नाल जोड़िया शरीर करके उन्होंने तुर जाण पिछों उन्होंने जीवन गाथा लोगों की प्रेरणा स्रोत हो गई। आप बहुतिया ने जोना गुरु वसाए हुए महापुरुष संत बाबा सेवा सिंह जी होना ने जो पुस्तक लिखी है सेव करे है, जैसे क्वेश्चन मार्क पाया हुआ वो पुस्तक हजारां प्राणियों में गुरु लड़ लाने का सबब बन गई, कारण बन गई और बन रही है। उन्हें अपनी जिंदगी विचरदिया हुए जिस ढंग नाल सतगुरु के लड़ गुरु के प्यारे लाया सी, उन्होंने जीवन गाथा उस ढंग नाल अगे बढ़ती जा रही है। चंदन होवे अस्त धात एक धात होए संग पार सटोवे। सुगंध जिथे चंदन बाकी दरख्तां नूं सुगंधित कर देंदा, सब दरख्तां नूं सुगंधित कर देंदा। सुगंधित बूटियां लागे ते मिट्टी जिहड़ी हुंदी है वो भी सुगंधित हो जाती है। असीं ते मनुक्खां दी गल करदे जेड़ा एक बार महापुरखां दे बाबा जी दे संपर्क विच आ गया, फिर नेड़े ही नेड़े हुंदा चला गया। जिन्ने क संगी ने वो इस गल नूं भली भांत जानते हैं, इस गल की ताईद करनगे। हर कोई मन में इहो ख्याल रखता सी शायद मैनू बाकी सारिਆਂ नालों ज्यादा महापुरुष प्यार करते हैं। कदे किसी नाल नफरत नहीं। आप आख्या करते सन नफरत एक अजिही अग है जिहड़ी निर्मल आत्मा नूं भी मनूर बना देंदी है। सहजधारी प्रेमी कई बार आउणे आम आउंदे सन, बड़े प्यार नाल गुरमत दसनी, ये नहीं भई परे धकना जा परे हो के बैठ जा, देखी किते साडे बर्तन नूं हथ ना ला दे। ऐसा नहीं, वाकई कदसने अगे सिक्की तो दूर गए हुए ने, एक धक्का मारोगे होर परे चले जाएंगे। नशा पिलाकर गिराना तो सबको आता है, मगर मजा तो तब है कि गिरते को थाम लो साकी। डिगे हुए नूं उठाउण लग्या जोर ज्यादा लगता है,
ਉੱਚੇ ਥਾਂ ਖੜੋਤੇ ਨੂੰ ਡੇਗਣਾ ਹੋਵੇ ਧੱਕਾ ਦੇਣ ਲੱਗਿਆ ਬੱਚਾ ਵੀ ਸੁੱਟ ਸਕਦਾ। ਇੱਕ ਮੈਨੂੰ ਗਾਥਾ ਯਾਦ ਆਈ, ਪ੍ਰੋਫੈਸਰ ਪੂਰਨ ਸਿੰਘ ਸਵਾਮੀ ਰਾਮ ਤੀਰਥ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਾਪਾਨ ਵਿੱਚ ਸੰਨਿਆਸੀ ਹੋ ਗਿਆ, ਕੇਸ ਕਤਲ ਕਰਵਾ ਗਿਆ। ਮੈਂ ਪਿਛਲੀ ਵਾਰ ਵੀ ਇਹ ਬੇਨਤੀ ਕੀਤੀ ਸੀ, ਕੌਮ ਨੇ 10 ਸਾਲ ਪ੍ਰੋਫੈਸਰ ਪੂਰਨ ਸਿੰਘ ਦਾ ਬਾਈਕਾਟ ਕਰ ਰੱਖਿਆ। 1912 ਵਿੱਚ ਸਿਆਲਕੋਟ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ, ਚੀਫ ਖਾਲਸਾ ਦੀਵਾਨ ਵਜੋਂ ਆਯੋਜਿਤ ਹੋਈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇਹ ਸੰਕਲਪ ਮਨ ਵਿੱਚ ਲਿਆਂਦਾ, ਵਿਚਾਰਵਾਨ ਪੁਰਖ ਸੀ, ਵਿਚਾਰਾਂ ਕਰਕੇ ਸਿੱਖੀ ਤੋਂ ਦੂਰ ਹੋ ਗਿਆ, ਉਹਨੂੰ ਹੋਰ ਦੂਰ ਨਹੀਂ ਕਰਨਾ ਚਾਹੀਦਾ, ਉਹਦੇ ਖਿਆਲਾਤ ਸੁਣਨੇ ਚਾਹੀਦੇ ਨੇ। ਸੱਦਿਆ, ਆਪਣੇ ਵਿਚਾਰ ਦੇ ਕੇ ਸਟੇਜ ਤੋਂ ਬੈਠਾ ਤੇ ਭਾਈ ਵੀਰ ਸਿੰਘ ਹੋਰੀ ਲਾ ਕੇ ਕੋਲ ਜਾ ਕੇ ਬੈਠ ਗਏ ਤੇ ਉਹਦੇ ਕੇਸਾਂ ਵਿੱਚ ਹੱਥ ਫੇਰ ਕੇ ਆਖਣ ਲੱਗੇ, ਪ੍ਰੋਫੈਸਰ ਸਾਹਿਬ ਮੈਂ ਤੇ ਸੁਣਿਆ ਜਿਹੜੇ ਕੇਸ ਕਤਲ ਕਰਵਾਉਂਦੇ ਨੇ ਉਹਨਾਂ ਦੇ ਕੇਸ ਬੜੇ ਖੁਰਦਰੇ ਹੋ ਜਾਂਦੇ ਨੇ, ਤੂੰ ਕੀ ਕਰਦਾ ਹੁੰਦਾ, ਤੇਰੇ ਕੇਸ ਬੜੇ ਕੂਲੇ ਨੇ। ਕੁਛ ਹੋਰ ਗੁਫ਼ਤਗੂ ਹੋਈ ਤੇ ਰਾਤ ਦਾ ਪ੍ਰਸ਼ਾਦਾ ਉਹਨਾਂ ਆਪਣੇ ਘਰ ਵਰਜ ਦਿੱਤਾ। ਦੋਨਾਂ ਆਤਮਾਵਾਂ ਵਿੱਚ ਕੀ ਗੱਲ ਹੋਈ ਇਹ ਸਤਿਗੁਰੂ ਜਾਣਨ, ਜਾਓ ਜਾਣਨ। ਪਰ ਉਹਦੇ ਘਰ ਵਾਲੀ ਮਾਇਆ ਦੇਵੀ ਲਿਖਦੀ ਆ ਕਿ ਜਦੋਂ ਫਿਰ ਦੇਹਰਾਦੂਨ ਪ੍ਰੋਫੈਸਰ ਸਾਹਿਬ ਘਰ ਪਹੁੰਚੇ ਨੇ, ਝੋਲਾ ਰੱਖ ਕੇ ਕੁਝ ਗੁਣਗੁਣਾਉਂਦੇ ਆਉਂਦੇ ਸਨ ਤੇ ਜੇ ਉਹਨਾਂ ਆਉਂਦਿਆਂ ਜਿਹੜੀ ਗੱਲ ਆਖੀ ਉਹ ਆਖਣ ਲੱਗੇ, ਮਾਇਆ ਦੇਵੀ ਮੈਂ ਹੁਣ ਕੇਸ ਕਤਲ ਨਹੀਂ ਕਰਵਾਉਣਾ। ਉਹ ਆਖਣ ਲੱਗੀ ਮੈਂ ਵਰਜਿਆ, ਅੱਗੇ ਇੱਕ ਵਾਰ ਬੇਮੁਖ ਹੋਏ ਹੋ, ਜਿੱਥੇ ਹੋ ਬੜੇ ਚੰਗੇ ਹੋ, ਮਸੀਹ ਕੌਮ ਨੇ ਮੁੜ ਕੇ ਗੜ ਲਾਇਆ ਕਿਤੇ ਫੇਰ ਕੁਤਾਹੀ ਨਾ ਕਰ ਦੇਣਾ। ਆਖਣ ਲੱਗੇ ਨਹੀਂ, ਮਾਇਆ ਦੇਵੀ ਜਿੱਥੇ ਭਾਈ ਵੀਰ ਸਿੰਘ ਵਰਗੇ ਗੁਰਮੁਖ ਪਿਆਰੇ ਦਾ ਜਿਹਨਾਂ ਕੇਸਾਂ ਤੇ ਹੱਥ ਫਿਰ ਗਿਆ, ਉੱਥੇ ਹੁਣ ਮੈਂ ਨਾਈ ਦਾ ਹੱਥ ਨਹੀਂ ਫਿਰਾਉਂਦਾ। ਇਸ ਸਥਾਨ ਤੇ ਮਹਾਂਪੁਰਖਾਂ ਦੇ ਜੀਵਨ ਵਿੱਚ ਵਿਚਰਦਿਆਂ ਹੋਇਆਂ ਜਿਨ੍ਹਾਂ ਉਹਨਾਂ ਦੀ ਸੰਗਤ ਕੀਤੀ ਉਹ ਜਾਣਦੇ ਨੇ, ਨਸ਼ਈ ਤੇ ਵਿਸ਼ਈ ਪੁਰਸ਼ ਸੰਗਤ ਕਰਨ ਕਰਕੇ ਇਤਿਹਾਸਕ ਗੁਰਦੁਆਰਿਆਂ ਦੇ ਹੈੱਡ ਗ੍ਰੰਥੀ ਜਾ ਲੱਗੇ। ਕੇਵਲ ਉਹਨਾਂ ਦੇ ਪਿਆਰ ਤੇ ਉਹਨਾਂ ਦੇ ਜੀਵਨ ਦਾ ਸਦਕਾ ਅੰਮ੍ਰਿਤ ਛਕਣ ਤੇ ਬਹੁਤ ਜ਼ੋਰ ਦਿੰਦੇ ਸਨ। ਆਪ ਆਖਿਆ ਕਰਦੇ ਸਨ, ਜੇ ਗੁਰੂ ਨਾਲ ਸਾਂਝ ਪਾਉਣੀ ਹੈ ਤੂੰ ਬਖਸ਼ਣ ਦਾ, ਬਸ਼ਰਤੇ ਕੋਈ ਗੁਰੂ ਜੋਗਾ ਬਣ ਜਾਏ। ਜੇ ਕੋਈ ਗੁਰੂ ਜੋਗਾ ਬਣ ਗਿਆ ਤਾਂ ਫਿਰ ਸਤਿਗੁਰੂ ਦਾ ਬਿਰਧ ਹੈ। ਭਾਈ ਜੋਗਾ ਸਿੰਘ ਵਾਂਗ ਫਿਰ ਸਤਿਗੁਰੂ ਵੀ ਗੁਰੂ ਕਾਢੀ ਨਰਕ ਤੇ ਧੂ, ਕਿ ਸਤਿਗੁਰੂ ਆਪ ਬਖਸ਼ਿਸ਼ ਕਰਦੇ ਨੇ, ਗੜ ਨਾਲ ਲਾਉਂਦੇ ਨੇ। ਆਪ ਆਵਾਂ ਦੇਖਦੇ ਹਨ, ਜਰਾ ਕਿ ਕਿਸੇ ਮਨੁੱਖ ਵਿੱਚ ਸ਼ਕਤੀ ਆ ਜਾਏ, ਕੋਈ ਗੱਲ ਕਿਸੇ ਨੂੰ ਸਮਝਣ ਦੀ ਗੱਲ ਆ ਜਾਏ ਤੇ ਫਿਰ ਉਹਦੇ ਲਈ ਜਰਨਾ ਔਖਾ। ਅਜਰ ਨੂੰ ਇਸ ਢੰਗ ਨਾਲ ਜਰਿਆ ਤੇ ਸਾਹਿਬ ਆਖਿਆ ਨਾ ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਹੀ ਦੇਣ। ਪ੍ਰਤੱਖ ਸਰੂਪ ਵੇਖਣਾ ਤੇ ਬਾਬਾ ਜੀ ਦਾ ਜੀਵਨ ਹੈ। ਹਰ ਆਏ ਹੋਏ ਪ੍ਰੇਮੀ ਦੇ ਮਨ ਦੀ ਹਾਲਤ ਦਾ ਪਤਾ ਲੱਗ ਜਾਣਾ, ਆਉਣ ਦੇ ਕਾਰਨ ਦਾ ਪਤਾ ਲੱਗ ਜਾਣਾ, ਮਸਲੇ ਦੇ ਹੱਲ ਦਾ ਪਤਾ ਲੱਗ ਜਾਣਾ। ਪਰ ਉਹਨੂੰ ਇਹ ਨਹੀਂ ਆਖਣਾ ਚੰਗਾ ਲੈ ਸ਼ਬਦ ਦਾ ਪਾਠ ਕਰ ਲੈ, ਜਾਂ ਬੱਚਾ ਤੇਰਾ ਬੇੜਾ ਪਾਰ ਹੋ ਜੂ। ਉਹਨੂੰ ਆਖਣਾ ਜੇ ਆਏ ਬਿਰਥਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਆ ਤੇਰੇ ਨਾਲ ਚੱਲਦਾ ਮੈਂ ਤੇ ਸਤਿਗੁਰਾਂ ਅੱਗੇ ਅਰਦਾਸ ਕਰ, ਜੋ ਸਤਿਗੁਰੂ ਹੁਕਮਨਾਮਾ ਬਖਸ਼ਣਗੇ, ਜੋ ਅਗਵਾਈ ਦੇਣਗੇ ਉਹਦੇ ਅਨੁਸਾਰ ਆਪਣੀ ਗੱਲ ਭਾਈ ਕਰ ਲਈ। ਕਿਸੇ ਨੂੰ ਵਿੱਚ ਆਪਾ ਨਹੀਂ ਰੱਖਣਾ, ਜਿਹਨੂੰ ਜੋੜਨਾ ਸਿੱਧਾ ਸਤਿਗੁਰੂ ਨਾਲ ਜੋੜਨਾ। ਮਿੱਠ ਬੋਲੜੇ ਇੰਨੇ ਸਨ, ਨਿਮਰਤਾ ਇੰਨੀ, ਸਾਰੀ ਜ਼ਿੰਦਗੀ ਅੱਜ ਤੱਕ ਮੈਂ ਉਹਨਾਂ ਦੇ ਮੁਖਾਰ ਬਿੰਦ ਚੋਂ ਕੌੜਾ ਬਚਨ ਨਹੀਂ ਸੁਣਿਆ, ਨਾ ਹੀ ਘਣੇ ਫੈਲ ਫਕੜ ਸੰਸਾਰ। ਉਹ ਗੁਰਮੁਖ ਪਿਆਰੇ ਹਨ ਪਰ ਬਹੁਤ ਵਿਰਲੇ ਨੇ। ਉਹਨਾਂ ਦੇ ਜੀਵਨ ਤੋਂ ਅੱਜ ਸੇਧ ਲੈ ਕੇ ਲੋੜ ਹੈ ਗੁਰੂ ਦਰ ਲੜ ਲੱਗੇ ਰਹਿਣ ਦੀ। ਉਹ ਵੀ ਇਹੋ ਆਖਿਆ ਕਰਦੇ ਸਨ, ਸਿੱਖ ਦਾ ਕਰਮ ਹੈ ਗੁਰੂ ਕੇ ਚਰਨਾਂ ਨਾਲ ਲੱਗੇ ਰਹਿਣਾ। ਜੇ ਮਨ ਜੁੜਿਆ ਤਾਂ ਵੀ ਲੱਗਾ ਰਹੇ, ਜੇ ਨਹੀਂ ਜੁੜਿਆ ਤੇ ਅਰਦਾਸ ਕਰਦਾ ਤੁਰਿਆ ਜਾਏ। ਬਰਸੀ ਮਨਾਉਣੀ ਸਾਡੀ ਤਾਂ ਹੀ ਸਫਲੀ ਹੈ ਜੇ ਆਪਾਂ ਸੇਧ ਲੈ ਕੇ ਜਾਈਏ। ਚਾਨਣ ਮਨਾਰਾ ਹੈ ਉਹਨਾਂ ਦਾ ਜੀਵਨ, ਭਰੋਸਾ ਰੱਖ ਕੇ ਗੁਰੂ ਦੇ ਦਰ ਤੇ ਪਏ ਰਹਿਣਾ। ਸਿੱਖ ਪਾਸ ਸਭ ਤੋਂ ਵੱਡਾ ਹਥਿਆਰ ਹੈ, ਵੱਡੀ ਢਾਰਸ ਹੈ, ਅਰਦਾਸ ਤੇ ਫੇਰ ਆਸ। ਸਿੱਖ ਜਿਹੜਾ ਕਦੇ ਨਿਰਾਸ਼ ਨਹੀਂ ਹੁੰਦਾ। ਮਾਫ ਕਰਨਾ, ਇਹ
ਆਸ਼ਾਵਾਦੀ ਹੈ ਤੇ ਜਿਹੜਾ ਨਿਰਾਸ਼ਾਵਾਦੀ ਹੈ ਨਾ ਉਹ ਫਿਰ ਕਦੇ ਸਿੱਖ ਨਹੀਂ ਹੋ ਸਕਦਾ। ਸਿੱਖ ਤਾਂ 10 ਲੱਖ ਦੇ ਘੇਰੇ ਵਿੱਚ ਘਿਰਿਆ ਹੋਇਆ ਵੀ ਇਹ ਗੱਲ ਕਹਿੰਦਾ ਕਿ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਨਾ ਡਰੂੰ, ਅਰਸੋਂ ਜਬ ਜਾਏ ਲੜੂੰ, ਨਿਸ਼ਚੈ ਕਰੇ ਆਪਣੀ ਜੀਤ ਕਰੂੰ। ਜੰਗਲ ਵਿੱਚ ਬੈਠਾ ਹੋਵੇ, ਤਨ ਤੇ ਪਾਟੇ ਹੋਏ ਕੱਪੜੇ ਹੋਣ, ਪੇਟ ਤੋਂ ਭੁੱਖਾ ਹੋਵੇ ਤੇ 2 ਵੇਲੇ ਖੜ ਕੇ ਅਰਦਾਸ ਇਹ ਕਰੇਗਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਲੋੜ ਹੈ ਕੇਵਲ ਆਸਵੰਦ ਹੋ ਕੇ ਸਤਿਗੁਰੂ ਦੇ ਚਰਨਾਂ ਨਾਲ ਲੱਗੇ ਰਹਿਣ ਦੀ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣਾਏ ਪੁਕਾਰ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਮਾਰਗ ਦੱਸਿਆ ਕਿ ਵਿਸ਼ਿਆ ਰਹੋ, ਮਨ ਵਿਸ਼ਿਆ ਰਹੋ, ਵਿਸ਼ਜਾ ਬਾਂਗ ਦੁਲੀਚੇ ਦਰ ਤੇ ਆਪਾ ਭੇਟਾ ਧਰ ਕੇ ਬਹੁ। ਧਰਤੀ ਜਿਵੇਂ ਵਿਸ਼ੀ ਧਰਿਆ ਸ਼ਾ ਮੇਰਾ ਮੀਂਹ ਉਡੀਕਾਂ ਵਿੱਚ, ਤੇ ਮੇਰਾ ਮੀਂਹ ਵਰਸਾਵਣ ਵਾਲਾ ਤਰੁੱਟ ਸੀ ਆਪੇ ਤੇਰਾ ਸ਼ੌਕ। ਆਪਣਾ ਕੰਮ ਹੈ ਕੇਵਲ ਲੱਗੇ ਰਹਿਣਾ। ਸਤਿਗੁਰੂ ਕਿਰਪਾ ਕਰਨ, ਮਹਾਂਪੁਰਖਾਂ ਦੀ ਆਪਾਂ ਇਸ ਵਰਸੀ ਤੇ ਸਮਾਗਮ ਤੇ ਹਾਜ਼ਰੀਆਂ ਭਰੀਆਂ। ਸਤਿਗੁਰੂ ਕਿਰਪਾ ਕਰਨ, ਆਪਾਂ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰਨ। ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਗੁਰੂ ਕੀ ਸੰਗਤਾਂ ਦੇ ਚਰਨਾਂ ਵਿੱਚ, ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਹੋ ਨਾਨਕ ਹਮੇਹਾ ਹਵਾਲਾ, ਰਾਖ ਸੰਤਨ ਕੈ ਪਾਤਸ਼ਾਹ, निर्गुण राख लिया संतन का सदका, सदगुरु ढाक लिया, मोहे पापी पर्दा, हम नीच से उत्तम भय, हर की शरणाई, पाथर डुबदा काट लिया, साची वड्याई। आप कृपा करो, मेहर बख्शिश करो, आप जुड़िया हुई आत्मावां बैठे हो, देहो सज्जन असीसड़ियां, जो होवे साहिब स्यों मेल। सतगुरु कृपा करन, सिक्खी सदक के संस्वासा संग निभ जाए। बोलदे बेअंत भुलां होईयां होणगीਆਂ, क्योंकि जीवन गाथा हर ही जिहिਆਂ ਦੀ ਸੀ ਤੇ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਬੱਚਾ ਜਾਣ ਕੇ ਖਿਮਾ ਕਰਨਾ, ਅੱਗੋਂ ਵਾਸਤੇ ਸਮਰਥ ਦੇਣੀ। ਅਖੀਰ ਵਿੱਚ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਗੁਣ ਨਾਹੀ ਅੰਮ੍ਰਿਤ ਛਾੜ, ਵਿਖੇ ਵਿਖ ਖਾਏ, ਮਾਇਆ ਮੋਹ परम पै भूले, सुतदारा स्यों प्रीत लगाई। एक उत्तम पंथ सुनियो गुर संगत, तेह मलंत जम त्रास मटाई। एक अरदास भाट कीरत की, गुरु रामदास रख हो शरणाई। अकाल सतगुरु सर्व रक्षक, लोक परलोक सहायक, दुख हरता प्रीतम जीव दे, परम पवित्र कल्याणकारी, सर्व सुख दाता गोदी विच बैठ करके अपने मनुख देही दे परम मनोरथ नूं पूरा कर रहे गुरु रूप गुरु खालसा साध संगत जी। वाहिगुरु जी का खालसा, वाहिगुरु जी की फतेह। अज आप जी महान परोपकारी, तपस्वी, निम्रता दे पुंज, पूर्ण ब्रह्म ज्ञानी संत बाबा हरनाम सिंह जी दे सालाना जात विच जुड़ बैठे। दास कुछ समय तो सरवण कर रहा नाम दी शोभा उपमा। नाम करके उन्हां दी शोभा जिन्हां ने नाम नूं जपिया, और जपिया ही नहीं केवल नाम नूं बसाया। दो पक्ष ने, एक जपण दा है, एक बसाण दा पक्ष। जपना होर गल है, बसाउणा होर गल। मैं बसे हुए लोगों की गल कर रहा सी तुहाडे नाल। कुछ समा तुहाडे नाल साझ करनी सी भी संत बाबा हरनाम सिंह जी ने नाम नूं, शब्द नूं इरादतन मुहब्बत करके, प्यार करके अपने अंदर बसाण दे लई
ਜੀਵਨ ਸਾਰਾ ਸਮਰਪਿਤ ਕੀਤਾ। ਥੋੜਾ ਜਿਹਾ ਨਹੀਂ ਆਪ ਜੀ ਨੇ ਬੜਾ ਸੁਣਿਆ ਹੋਵੇਗਾ ਔਰ ਦੇਖਿਆ ਵੀ ਹੋਵੇਗਾ ਆਪ ਜੀ ਨੇ ਸੰਤ ਬਾਬਾ ਹਰਨਾਮ ਸਿੰਘ ਦੇ ਜੀਵਨ ਨੂੰ, ਔਰ ਉਹਨਾਂ ਦੇ ਅੱਜ ਸਾਇਆ 'ਚ ਰਹਿਣ ਵਾਲੇ, ਉਹਨਾਂ ਦੇ ਜ਼ਿਹਨ 'ਚ ਅਰਾਧਕਨ ਜਾਂ ਉਹਨਾਂ ਦੇ ਵਿਚਾਰਧਾਰਾ 'ਚ ਜਿਉਣ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ, ਉਹਨਾਂ ਦਾ ਵੀ ਜੋ ਸਿਰਜਿਆ ਹੋਇਆ ਵਿਚਾਰਧਾਰਾ ਨੂੰ ਆਪ ਜੀ ਜਾਂ ਮਾਣ ਰਹੇ ਨੇ। ਕਿਉਂਕਿ ਦਾਸ ਨੂੰ ਐਵੇਂ ਮਹਿਸੂਸ ਹੁੰਦਾ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਗਏ ਨਹੀਂ, ਆਏ ਤਾਂ ਸੰਤ ਪਰ ਫਿਰ ਉਹ ਆ ਕੇ ਗਏ ਨਹੀਂ ਨਜ਼ਰ ਆਉਂਦੇ। ਜੇ ਗਏ ਹੁੰਦੇ ਤਾਂ ਤੁਸੀਂ ਅਸੀਂ ਇੱਥੇ ਬੈਠੇ ਨਾ ਹੁੰਦੇ। ਇਹ ਤਾਂ ਸਾਰਾ ਕੁਛ ਐਵੇਂ ਲੱਗਦਾ ਵੀ ਕੋਈ ਆਦਮੀ ਕਿਤੇ ਬੈਠ ਕੇ ਸਿਰਜ ਰਿਹਾ ਹੈ, ਸਾਰਾ ਕੁਛ ਉਸ ਦਾ ਸੁਖਮਾਨ ਹੈ, ਫਿਰ ਗਿਆ ਕਿਵੇਂ ਉਸ ਨੂੰ ਸਾਥੀ ਜਿਹੜਾ ਚਲਾ ਗਿਆ ਤਾਂ ਫਿਰ ਸਾਰਾ ਕੁਛ ਨਾਲੇ ਨਜ਼ਰ ਆਉਂਦਾ ਉੱਤੇ। ਪਰ ਖੈਰ ਬ੍ਰਹਮ ਗਿਆਨੀ ਸਭ ਜੀਵ ਹੈ, ਨਹੀਂ ਮਰਦਾ। ਮਰਦਾ ਇਸ ਕਰਕੇ ਨਹੀਂ ਕਿਉਂਕਿ ਸ਼ਬਦ ਵਸ ਗਿਆ ਅੰਦਰ, ਸ਼ਬਦ ਵਸ ਗਿਆ, ਸ਼ਬਦ ਮਰਦਾ ਨਹੀਂ ਕਿਉਂਕਿ ਸ਼ਬਦ ਬ੍ਰਹਮ ਹੈ। ਸਟੇਜ ਸਕੱਤਰ ਵੱਲੋਂ ਤਾਂ ਕੁਝ 5 ਮਿੰਟ ਅਨਾਉਂਸ ਹੋਈ ਸੀ ਕਿ ਮੈਂ ਸੰਗਲਾ ਦਾ ਸੇਵਾ ਤੇ ਉਹਨਾਂ ਕੋਲ ਬੇਨਤੀ ਕੀਤੀ, ਮਹਾਰਾਜ ਜੀ ਜੇ ਗੱਲ ਕਰਨੀ ਹੈ ਕੋਈ ਨਾ ਦੀ ਤਾਂ ਕੁਝ ਤਾਂ ਸਮਾਂ ਪੜਾਈ। ਖੈਰ ਮੈਂ ਆਪ ਜੀ ਨਾਲ ਸ਼ਬਦ ਦੀ 2 ਮਿੰਟ ਗੱਲ ਕਰਨੀ ਸੀ, ਇਸ ਕਰਕੇ ਕਿ ਅਸੀਂ ਸਾਰੇ ਸ਼ਬਦ ਦੇ ਪੁਜਾਰੀ ਬੈਠੇ ਸੀ। ਤੁਸੀਂ ਸ਼ਬਦ ਨੂੰ ਗੁਰੂ ਸਵੀਕਾਰ ਕਰਕੇ ਬੈਠੇ ਹੋ ਸਾਰੇ, ਕਿਉਂਕਿ ਤੁਹਾਡੀ ਮਾਨਸਿਕਤਾ ਸ਼ਬਦ ਨੂੰ ਲੱਗ ਜਾਏ 2 ਮਹੀਨੇ ਲੱਗ ਜਾਣ, 4 ਮਹੀਨੇ ਲੱਗ ਜਾਣ, ਪਰ ਮਰਨ ਤੋਂ ਪਹਿਲਾਂ ਇਹ ਗੱਲ ਜ਼ਰੂਰ ਆਖ ਸਕੇ ਮੈਂ ਆਪਣਾ ਗੁਰੂ ਦੇਖਿਆ। ਖੈਰ ਉਹ ਲੋਕ ਨੇ, ਮੈਂ ਜਿਨ੍ਹਾਂ ਦੀ ਗੱਲ ਕਰ ਰਿਹਾ ਸਾਂ, ਸ਼ਬਦ ਦੇ 2 ਸਰੂਪ ਅਸੀਂ ਗੁਰਮਤਿ ਸਵੀਕਾਰ ਕਰਦੇ ਹਾਂ, ਇੱਕ ਵਰਣਾਤਮਕ, ਇੱਕ ਧੁਨਾਤਮਕ। ਵਰਣਾਤਮਕ ਉਹ ਨਾਮ ਹੈ ਜਿਹੜਾ ਵਰਣਨ ਕੀਤਾ ਜਾ ਸਕਦਾ, ਸੁਣਿਆ ਜਾ ਲਿਖਿਆ ਜਾ ਸਕਦਾ, ਔਰ ਧੁਨਾਤਮਕ ਸ਼ਬਦ ਉਹ ਹੈ ਜਿਹੜਾ ਕੇਵਲ ਸੁਣਿਆ ਜਾ ਸਕਦਾ। ਔਰ ਇੱਕ ਸ਼ਬਦ ਦਾ ਸਰੂਪ ਅਸੀਂ 2 ਤਰ੍ਹਾਂ ਵੀ ਮੰਨਦੇ ਹਾਂ, ਇੱਕ ਆਕਾਰੀ ਔਰ ਇੱਕ ਨਿਰੰਕਾਰੀ। ਆਕਾਰੀ ਉਹ ਨਾਮ ਜਿਹੜਾ ਲਿਖਿਆ ਜਾ ਸਕਦਾ, ਪੜ੍ਹਿਆ ਜਾ ਸਕਦਾ, ਨਿਰੰਕਾਰੀ ਮਾਣਿਆ ਜਾ ਸਕਦਾ। ਜਿਹਨੂੰ ਅੱਜ ਸਾਧ ਸੰਗਤ ਜੀਓ ਕਰੋ ਆਪਣੀ ਰਸਨਾ ਪਵਿੱਤਰ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ੀ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਪਹਿਲਾ ਹਿੱਸਾ ਹੈ ਗੱਲ ਨੂੰ ਸੁਣਨ ਦਾ, ਦੂਸਰਾ ਹਿੱਸਾ ਹੈ ਗੱਲ ਨੂੰ ਮੰਨਣ ਦਾ, ਤੇ ਤੀਸਰਾ ਹਿੱਸਾ ਹੈ ਕਿ ਗੱਲ ਨੂੰ ਪਰਪੱਕ ਕਰਨ ਦਾ। ਜਦੋਂ ਗੱਲ ਪੱਕੀ ਹੋ ਜਾਵੇ ਫਿਰ ਉਹ ਸੁਣਿਆ ਹੋਇਆ ਜਿਹੜਾ ਹੈ ਕੋਈ ਲਾਭਦਾਇਕ ਹੁੰਦਾ ਹੈ। ਜਿਤਨਾ ਚਿਰ ਤੱਕ ਗੱਲ ਪੱਕੀ ਨਹੀਂ ਹੁੰਦੀ ਉਤਨਾ ਚਿਰ ਤੱਕ ਗੱਲ ਦਾ ਜੋ ਲਾਭ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਕਿਉਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸੇ ਫਰਮਾਨ ਕੀਤੇ ਹਨ, ਜੇ ਤੁਸੀਂ ਸਾਰੀ ਜ਼ਿੰਦਗੀ ਖੰਡ ਖੰਡ ਕਰਦੇ ਜਾਓ ਮੂੰਹ ਮਿੱਠਾ ਨਹੀਂ ਹੋ ਸਕਦਾ। ਸਾਰੀ ਜ਼ਿੰਦਗੀ ਅੱਗ ਅੱਗ ਕਰਦੇ ਜਾਓ ਕਦੀ ਵੀ ਸਰਦੀ ਦੂਰ ਨਹੀਂ ਹੋ ਸਕਦੀ, ਜਿਤਨਾ ਚਿਰ ਤੱਕ ਅੱਗ ਬਾਲੀ ਨਾ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੋ ਉਪਦੇਸ਼ ਹਨ, ਜਿਤਨਾ ਚਿਰ ਤੱਕ ਉਹ ਸਾਡੇ ਮਨ ਵਿੱਚ ਵਸਦੇ ਨਹੀਂ ਹਨ ਉਤਨਾ ਚਿਰ ਤੱਕ ਗੱਲ ਜਿਹੜੀ ਹੈ ਉਹ ਸਾਨੂੰ ਫਾਇਦਾ ਨਹੀਂ ਦੇ ਸਕਦੀ। ਅੱਜ ਦੇ ਯੁੱਗ ਅੰਦਰ ਗੱਲ ਕਹਿਣ ਵਿੱਚ ਹੈ, ਗੱਲ ਮੰਨਣ ਵਿੱਚ ਨਹੀਂ। ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਫਰਮਾਨ ਹੈ ਕਿ ਸਤਿਗੁਰੂ ਕਿਹਨਾਂ ਦੀ ਬਾਂਹ ਪਕੜਦਾ ਹੈ, ਦਾਤਾਰ ਕਿਹਨਾਂ ਦੀ ਹਾਮੀ ਭਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫਰਮਾਨ ਹੈ, ਹੱਕ ਪਰਾਇਆ ਨਾਨਕਾ ਉਸ ਤੁਰਸ ਗਾਏ ਗੁਰ
दातार ने पहला अखर अपना जिक्र किया है। सतगुरु जिसनू अपना मान लेंदा है, विचार करनी है कि सतगुरु ने सानू अपना मान लिया। असी तो कही जाते हैं कि असी सतगुरु दे हाँ, पर सतगुरु भी तो सानू मन्ने। जिन्ना चिर सतगुरु नहीं मानता सा सेवा की सफल है। जित सतगुर का मन मन्ने, बाणी पढ़ी हुई केड़ी सफल है? जेड़ी सतगुरु सच्चे पातशाह जी नूं भा रही है। सेवा की हुई केड़ी सफल है? जेड़ी सतगुरु सच्चे पातशाह नूं चंगी लगती है। महापुरखा ने सुंदर बड़ा एक ख्याल किया, एक जिक्र किया है। वो कहते जे सतगुरु सच्चे पातशाह के कहने अनुसार तुसी चल पवो तां फिर प्रतख सतगुरु सच्चे पातशाह तुहाडे अंग संग हन। बड़ा ना सुंदर कविता का जिक्र किया है। कड़ा कहे चोरी यारी आद को ना हाथ लाई, कच्छ कहे जती हो त्याग पहने। आपां दरबार विच आए आ, महापुरखां दे स्थान विच आए आ। इत्थे उन्हां दी गल है जिन्हां ने किया भी ते मन भी लिया, जिन्हां ने आखिया भी मन लिया, सुनिया मनिया मन कीता भाओ, उन्हां दे स्थान ते बैठे। इस वास्ते गल्लां तां जिन्नियां मर्जी करिए गल्लां मुक नहीं सकदियां, पर सब तो वड्डी गल है कि अपने मन नाल फैसला करके जाइए भी आपां अज तो आ काम जिहड़ा छड्ड दित्ता है। जिहड़े काम गुरु की मत तो विरोध विच हन, जिहड़े काम सानू गुरु नालों तोड़दे हन, जिहड़ियां विचारां सतगुरु नालों सानू पिछे करदियां हन, ਉਹ ਵਿਚਾਰਾਂ ਅੱਜ ਅਸੀਂ ਇੱਥੇ ਦਾਤਾਰ ਦੇ ਚਰਨਾਂ ਵਿੱਚ, ਮਹਾਂਪੁਰਖਾਂ ਦੇ ਦਰਬਾਰ ਵਿੱਚ, ਮਹਾਂਪੁਰਖਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਣਾ ਹੈ ਕਿ ਅਸੀਂ ਭਾਈ ਵੀ ਇਹਨਾਂ ਨੂੰ ਛੱਡਣਾ ਹੈ। ਜੋ ਸ਼ਾਸਤਰੀ ਤਰੀਕਾ ਹੈ ਉਹਦੇ ਵਿੱਚ ਉਹਨਾਂ ਨੇ 5 ਪ੍ਰਕਿਰਤੀਆਂ ਦਾ ਦ੍ਰਿਸ਼ਟਾਂਤ ਦੇ ਕੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਕਿ ਕਰਨਾ ਕਿਸ ਤਰ੍ਹਾਂ, ਕਰ ਕਿਸ ਤਰ੍ਹਾਂ ਸਕਦੇ ਹੋ। ਉਹ ਕਹਿੰਦੇ 5 ਪ੍ਰਕਿਰਤੀਆਂ ਨੇ ਮੰਨੀਆਂ ਹੋਈਆਂ, 5 ਵਿੱਚੋਂ 12.5 ਤਾਂ ਇੱਕ ਪਾਸੇ ਰੱਖੀਆਂ ਹੋਈਆਂ ਨੇ ਉਸਨੇ ਇਕੱਠੀਆਂ। 12.5 ਜਿਹੜੀਆਂ ਨੇ ਉਹ 5 ਤੱਤਾਂ ਦੇ 3 ਗੁਣਾਂ ਵਿੱਚ ਖਿਲਾਰ ਦਿੱਤੀਆਂ ਨੇ। ਉਹ ਜਿਹੜੀ ਖਿਲਰੀ ਹੋਈ ਗੱਲ ਹੈ ਉਹਨੂੰ ਇੱਕ ਇੱਕ ਕਰਕੇ ਚੁਣ ਕੇ ਆਪਾਂ ਆਖੋ ਜਿਹੜੀਆਂ 12 ਨੇ ਉਹਨਾਂ ਵਿੱਚ ਮਿਲਾਉਣਾ ਹੈ। ਇੱਕ ਦਿਨ ਆਵੇਗਾ ਕਿ ਅਸੀਂ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਇੱਕ ਪਾਸੇ ਇਕੱਠੀਆਂ ਹੋ ਜਾਣਗੀਆਂ। ਇਸ ਤਰ੍ਹਾਂ ਸਾਡੇ ਵਿੱਚ ਜਿਹੜੇ ਔਗਣ ਨੇ, ਸਾਡੇ ਵਿੱਚ ਜਿਹੜੀਆਂ ਮਨਮਤੀਆਂ ਗੱਲਾਂ ਨੇ, ਸਾਡੇ ਵਿੱਚ ਜਿਹੜੀਆਂ ਵਿਚਾਰਾਂ ਗੁਰੂ ਤੋਂ ਵਿਰੁੱਧ ਨੇ, ਆਪਾਂ ਵਿਚਾਰ ਕਰੋ ਵੀ ਇੱਕ ਇੱਕ ਕਰਕੇ ਵੀ ਕੱਢਣੀ ਸ਼ੁਰੂ ਕਰ ਦਈਏ ਨਾ, ਤੇ ਤਾਂ ਵੀ ਇੱਕ ਦਿਨ ਆਏਗਾ ਕਿ ਆਪਾਂ ਸਾਰੀਆਂ ਜਿਹੜੀਆਂ ਗੁਰੂ ਦੀਆਂ ਗੱਲਾਂ ਨੇ ਆਪਣੇ ਮਨ 'ਚ ਵਸਾ ਲਵਾਂਗੇ। ਸੋ ਸਭ ਤੋਂ ਵੱਡੀ ਤੇ ਸਭ ਤੋਂ ਉੱਤਮ ਗੱਲ ਹੈ ਕਿ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਫੈਸਲਾ ਕਰਕੇ ਜਾਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਦਇਆ ਕਰੋ, ਸਾਡੇ ਤੇ ਰਹਿਮਤ ਕਰੋ, ਸਾਨੂੰ ਸਮਰਥ ਬਖਸ਼ੋ ਕਿ ਅਸੀਂ ਆਪ ਦੀ ਬਖਸ਼ੀ ਹੋਈ ਮੱਤ ਜਿਹੜੀ ਹੈ ਉਹ ਸਾਡੇ ਮਨ ਵਿੱਚ ਵਸ ਜਾਵੇ। ਕਿਉਂ ਜਿੰਨਾ ਚਿਰ ਤੱਕ ਗੱਲ ਮਨ ਵਿੱਚ ਨਾ ਵਸੇ ਉਹਨਾਂ ਚਿਰ ਦਾਤਾਰ ਦਾ ਫਰਮਾਨ ਹੈ, ਜਿਤ ਮਨ ਹੋਰ ਮੁਖ ਹੋਰ ਸਿੱਖ ਕਾਂਡੇ ਕੱਚਿਆ। ਦਾਤਾਰ ਦਾ ਫਰਮਾਨ ਹੈ। ਇਸ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿਉਂ ਅੰਸ਼ ਭਾਵ ਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਕਹਿੰਦੀ ਸੂਰੀ ਦਾ ਅੰਸ਼ ਅੱਗ ਹੈ, ਅੱਗ ਨੂੰ ਜਦੋਂ ਬਾਲੋਗੇ ਅੱਗ ਤੇਜ਼ ਜਾਂਦੀ ਹੈ। ਮਿੱਟੀ ਦਾ ਅੰਸ਼ ਥੱਲੇ ਹੈ, ਉਹ ਜਦੋਂ ਵੀ ਮਿੱਟੀ ਨੂੰ ਉੱਤੋਂ ਸੁੱਟੋਗੇ ਮਿੱਟੀ ਥੱਲੇ ਨੂੰ ਆਏਗੀ। ਇਸ ਤਰ੍ਹਾਂ ਬਾਣੀ ਕਹਿੰਦੀ ਕੌਣ ਕਬੀਰ ਹਮ ਰਾਮ ਕੀ ਅੰਸ਼ ਜਸ ਕਾਜ ਪਰ ਸਕੇ ਨਾ ਮਨਸ। ਇਸ ਕਰਕੇ ਭਾਈ ਅਸੀਂ ਉਹਦੀ ਅੰਸ਼ ਤੇ ਉਹਦੀ ਅੰਸ਼ ਵਿੱਚ ਅਸੀਂ ਤਾਂ ਹੀ ਚੱਲ ਸਕਦੇ ਹਾਂ ਜੇਕਰ ਅਸੀਂ ਉਹਨਾਂ ਵਿਚਾਰਾਂ ਉੱਤੇ ਚੱਲ ਪਈਏ। ਇਸ ਵਾਸਤੇ ਗੱਲ ਤਾਂ ਕੋਈ ਬਹੁਤੀ ਹੈ ਨਹੀਂ। ਬੁੱਲੇ ਨੇ ਕਿਹਾ ਸੀ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਇਹਦਾ ਮਤਲਬ ਹੈ ਕਿ ਮਨਮਤ ਦੇ ਵਿਚਾਰ ਛੱਡ ਕੇ ਗੁਰਮਤਿ ਦੇ ਵਿਚਾਰਾਂ ਵੱਲ ਆ ਜਾਓ, ਰੱਬ ਦੀ ਪ੍ਰਾਪਤੀ ਹੈ। ਆਪਣੇ ਮਨਮਤ ਦੀਆਂ ਗੱਲਾਂ ਛੱਡ ਕੇ ਗੁਰੂ ਦੇ ਵਿਚਾਰਾਂ ਵੱਲ ਆ ਜਾਓ, ਗੁਰੂ ਦੀ ਪ੍ਰਾਪਤੀ ਹੈ।
ਇਸ ਵਾਸਤੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਕੱਤਰ ਹੋਏ ਆ, ਇਥੋਂ ਕੁਛ ਲੈ ਕੇ ਜਾਣਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ ਕਿ ਸੀਸ ਨਵਾਏ ਗਿਰ ਪਰੇ ਬਹੁ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਐ ਲਗੇ ਨਾ ਜਮ ਕੀ ਚੋਟ। ਇੱਕੋ ਹੀ ਗੱਲ ਦੀ ਵਿਚਾਰ ਕਰਿਆ ਕਰੋ, ਸੋਚਿਆ ਕਰੋ ਵੀ ਅਸੀਂ ਜੋ ਪੜ੍ਹਦੇ ਆ ਉਹ ਹੋਏ ਕਿਉਂ ਨਹੀਂ। ਜੋ ਅਸੀਂ ਪੜ੍ਹਦੇ ਆ, ਬਾਣੀ ਤਾਂ ਕਹਿੰਦੀ ਤੂੰ ਕਰਦਾ ਤੂੰ ਪਿਆ, ਵੀ ਉਹ ਰੱਬ ਰੱਬ ਕਰਦੇ ਰੱਬ ਹੋ ਜਾਂਦੇ ਆ, ਤੇ ਅਸੀਂ ਇੰਨਾ ਚਿਰ ਦੇ ਰੱਬ ਕਰਦੇ ਰੱਬ ਹੋਏ ਕਿਉਂ ਨਹੀਂ। ਜਿਹੜਾ ਵਿੱਚ ਭੇਦ ਹੈ, ਜਿਹੜਾ ਵਿੱਚ ਅੰਤਰ ਹੈ, ਉਹਨੂੰ ਕੱਢ ਦਈਏ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰਕੇ ਮਹਾਂਪੁਰਖਾਂ ਦੇ ਚਰਨਾਂ ਵਿੱਚੋਂ ਗੁਰੂ ਦੀ ਮੱਤ ਲੈ ਕੇ ਜਾਈਏ। ਅੱਜ ਤੋਂ ਇਹ ਫੈਸਲਾ ਕਰ ਲਈਏ ਆਪਣੇ ਮਨ ਨਾਲ ਵੀ ਜਿਹੜੀਆਂ ਗੱਲਾਂ ਤੋਂ ਸਾਨੂੰ ਸਤਿਗੁਰ ਨੇ ਵਰਜਿਆ ਹੋਇਆ ਹੈ, ਜਿਹੜੀਆਂ ਗੱਲਾਂ ਨੂੰ ਮਨਮਤ ਕਿਹਾ ਹੋਇਆ ਹੈ, ਐ ਸਤਿਗੁਰੂ ਕਿਰਪਾ ਕਰ ਤੇ ਸਾਨੂੰ ਉਹਨਾਂ ਵਿੱਚੋਂ ਕੱਢ ਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਦਿਓ, ਤੇ ਅਗਲੀ ਵਾਰੀ ਨੂੰ ਜਿੱਦਣ ਆਉਣਾ ਹੈ ਉਦੋਂ ਖਿਆਲ ਕਰਕੇ ਆਇਓ ਵੀ ਕਿਹੜੀ ਗੱਲ ਸੀ ਜਿਹੜੀ ਅਸੀਂ ਉਸ ਦਿਨ ਪਕਾਈ ਸੀ, ਉਹ ਪੱਕ ਗਈ ਹੈ ਕਿ ਨਹੀਂ ਪੱਕੀ। ਇੱਕ ਸੈਕਿੰਡ ਦੀ ਗੱਲ ਹੈ, ਪੱਕਣੀ ਕਿਹਨੂੰ ਕਹਿੰਦੇ। ਮਹਾਭਾਰਤ ਨੇ ਬੜਾ ਸੁੰਦਰ ਇੱਕ ਉਦਾਹਰਨ ਦਿੱਤਾ ਹੈ ਪਕਾਉਣ ਦਾ, ਕਿ ਜਿੱਥੇ ਕੈਰਵ ਤੇ ਪਾਂਡਵ ਪੜ੍ਹਦੇ ਸਨ, ਉੱਥੇ ਗੱਲ ਹੋਈ, ਗੁਰੂ ਜੀ ਨੇ ਕਿਹਾ ਸਬਕ ਦਿੱਤਾ, ਸੱਚ ਬੋਲੋ ਤੇ ਕ੍ਰੋਧ ਨੂੰ ਮਾਰੋ। ਅਗਲਾ ਦਿਨ ਆਇਆ, ਗੁਰੂ ਜੀ ਨੇ ਕਿਹਾ ਜਿਹਨੂੰ ਸਬਕ ਨਹੀਂ ਚੇਤੇ ਹੋਇਆ ਉੱਠ ਕੇ ਖੜਾ ਹੋ ਜਾਏ। ਟੀਚਰ ਖੜਾ ਹੋ ਗਿਆ, ਕਿਹਾ ਕੱਲ ਨੂੰ ਚੇਤੇ ਕਰਕੇ ਆਈ। ਅਗਲਾ ਦਿਨ ਫੇਰ ਆਇਆ, ਗੁਰੂ ਜੀ ਨੇ ਫੇਰ ਕਿਹਾ ਜਿਹਨੂੰ ਸਬਕ ਨਹੀਂ ਚੇਤੇ ਉੱਠ ਕੇ ਖੜਾ ਹੋ ਜਾਏ। ਟੀਚਰ ਫੇਰ ਖੜਾ ਹੋ ਗਿਆ। ਜਦੋਂ ਤੀਜਾ ਦਿਨ ਆਇਆ, ਗੁਰੂ ਜੀ ਨੇ ਫੇਰ ਕਿਹਾ ਜਿਹਨੂੰ ਸਬਕ ਨਹੀਂ ਚੇਤੇ ਉੱਠ ਕੇ ਖੜਾ। ਟੀਚਰ ਫੇਰ ਖੜਾ ਹੋ ਗਿਆ। ਦੁਰਯੋਧਨ ਵਰਗਿਆਂ ਨੇ ਤਾਲੀਆਂ ਮਾਰੀਆਂ, ਕਹਿਣ ਲੱਗੇ ਇਹਨੂੰ ਬੜਾ ਸਿਆਣਾ, ਕਹਿੰਦੇ ਸੀ ਦੋ ਗੱਲਾਂ ਨਹੀਂ ਪੱਕੀਆਂ। ਗੁਰੂ ਜੀ ਨੇ ਕਿਹਾ ਟੀਚਰ ਕੀ ਗੱਲ, ਦੋ ਗੱਲਾਂ ਨਹੀਂ ਪੱਕੀਆਂ? ਕਹਿੰਦੇ ਜੀ ਇੱਕ ਪੱਕ ਗਈ, ਇੱਕ ਨਹੀਂ ਪੱਕੀ। ਕਹਿੰਦੇ ਕਿਹੜੀ ਪੱਕ ਗਈ ਹੈ? ਕਹਿੰਦੇ ਸੱਚ ਬੋਲਣਾ ਤਾਂ ਪੱਕ ਗਿਆ, ਕ੍ਰੋਧ ਨੂੰ ਮਾਰੋ ਨਹੀਂ ਪੱਕਿਆ। ਇਹੋ ਜਿਹਾ ਪਕਾਇਆ ਕਿ ਮੁੜ ਕੇ ਉਹ ਝੂਠ ਬੋਲਿਆ ਨਹੀਂ। ਇਸ ਤਰ੍ਹਾਂ ਭਾਈ ਸਤਿਗੁਰ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਇਤਨੇ ਪਕਾਓ ਕਿ ਮੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਜੋ ਮਨਮਤ ਦੇ ਖਿਆਲ ਨੇ ਉਹ ਸਾਡੇ ਮਨ ਵਿੱਚ ਆਉਣ ਨਾ। ਕਈਆਂ ਲੋਕਾਂ ਦਾ ਖਿਆਲ ਇਹ ਰਹਿੰਦਾ ਹੈ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਇਹ ਗੱਲਾਂ ਪੱਕਦੀਆਂ ਨਹੀਂ। ਦਾਤਾਰ ਨੇ ਆਸਾਦੀਵਾਦ ਦੇ ਅੰਦਰ ਫਰਮਾਨ ਕੀਤਾ ਹੈ ਪਕਾਉਣ ਦਾ ਤਰੀਕਾ ਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇੱਕ ਭਾਂਡੇ ਵਿੱਚ ਅਸੀਂ ਕੋਈ ਚੀਜ਼ ਪਾਉਣੀ ਚਾਹੁੰਦੇ ਆ, ਪਹਿਲੇ ਨਜ਼ਰ ਮਾਰ ਕੇ ਵੇਖੋ ਇਸ ਭਾਂਡੇ 'ਚ ਕੋਈ ਚੀਜ਼ ਤਾਂ ਨਹੀਂ ਪਈ ਹੋਈ। ਜਿਹੜੀ ਪਈ ਹੋਈ ਹੈ, ਜੇ ਤਾਂ ਉਹਨੂੰ ਕੱਢ ਕੇ ਪਾਸੇ ਰੱਖ ਦਿੱਤਾ ਫੇਰ ਤਾਂ ਦੂਜੀ ਪੈ ਜਾਵੇਗੀ, ਜਿੰਨਾ ਚਿਰ ਪਹਿਲੀ ਨਾ ਕੱਢੀ ਦੂਜੀ ਪੈਣੀ ਨਹੀਂ। ਇਸ ਤਰ੍ਹਾਂ ਸਾਡੇ ਮਨ ਵਿੱਚ ਜਿਹੜੇ ਮਨਮਤ ਦੇ ਖਿਆਲ ਨੇ, ਜਿੰਨਾ ਚਿਰ ਅਸੀਂ ਕੱਢ ਕੇ ਪਾਸੇ ਨਹੀਂ ਰੱਖਦੇ ਉਤਨਾ ਚਿਰ ਭਾਈ ਗੁਰਮਤ ਦੇ ਖਿਆਲ ਪੈਣੇ ਨਹੀਂ। ਇਸ ਵਾਸਤੇ ਮਹਾਂਪੁਰਖਾਂ ਦੇ ਚਰਨਾਂ 'ਚ ਅਰਦਾਸ ਕਰਕੇ ਜਾਈਏ, ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਮਨ ਦੇ ਜੋ ਮਨਮਤ ਦੇ ਖਿਆਲ ਜਿਹੜੇ ਆ ਉਹਨਾਂ ਨੂੰ ਦੂਰ ਕਰ ਦਿਓ ਤੇ ਗੁਰਮਤ ਦੇ ਖਿਆਲ ਸਾਡੇ ਮਨ ਵਿੱਚ ਵਸ ਜਾਣ, ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰਕੇ ਜੋ ਦਾਤਾਰ ਦਾ ਫਰਮਾਨ ਹੈ ਸਿੱਖ ਵਾਸਤੇ, ਲੋਕ ਸੁਖੀ ਪਰ ਲੋਕ ਸਹੇਲੇ, ਨਾਮ ਧਰਤਲ ਆਪੇ ਮੇਲੇ ਦੇ ਵਿਚਾਰ ਚੱਲ ਕੇ ਜੋ ਇੱਥੇ ਆਉਣ ਦਾ ਲਾਭ ਪ੍ਰਾਪਤ ਕਰਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਸੋ ਨਿਹਾਲ। ਉਹਨਾਂ ਤੋਂ ਬਾਅਦ ਸੰਤ ਨਿਰਮਲ ਸਿੰਘ ਜੀ ਦਰਿਆ ਸਰੋਪਾਓ। ਬੋਲੇ ਸੋ ਨਿਹਾਲ। ਸੰਤ ਹੀਰਾ ਸਿੰਘ ਜੀ ਅਲਾਵਲੀ ਸਾਹਿਬ, ਨਾਲ ਦੀ ਨਾਲ ਬੇਨਤੀ ਹੈ ਕਿ ਸੰਤ ਹੀਰਾ ਸਿੰਘ ਜੀ 5 ਮਿੰਟ ਵਾਸਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਬੋਲੇ ਸੋ ਨਿਹਾਲ। ਸੰਤ ਪ੍ਰੀਤਮ ਸਿੰਘ ਜੀ ਬਣਾ ਸਾਹਿਬ ਆਹਵਾਲ ਵਾਲੇ। ਬੋਲੇ ਸੋ ਨਿਹਾਲ। ਬਸ ਇੱਕੋ ਹੀ। ਸਾਧ ਸੰਗਤ ਜੀ ਬੇਨਤੀ ਹੈ ਕਿ ਲੰਗਰ ਵਿੱਚ ਸੇਵਾ ਦੀ ਲੋੜ ਹੈ। ਬੀਬੀਆਂ ਲੰਗਰ ਤਿਆਰ ਕਰਨ ਵਾਸਤੇ ਲੰਗਰ ਵਿੱਚ ਪਹੁੰਚਣ ਦੀ ਕਿਉਂ 9 ਨੰਬਰ ਕਮਰੇ ਵਿੱਚੋਂ ਮਿਲ ਸਕਦੀ ਹੈ, ਤੇ ਹੋਰ ਕੇਸਟਾਂ ਜਿਹੜਾ ਰਾਤ ਦਾ ਕੀਰਤਨ ਹੋਇਆ ਉਹ ਵੀ ਉੱਥੋਂ ਮਿਲ ਸਕਦੀਆਂ। ਜਿਨ੍ਹਾਂ ਪ੍ਰੇਮੀਆਂ ਨੇ ਲੈਣੀਆਂ ਹੁਣ ਉੱਥੋਂ ਲੈ ਸਕਦੇ ਹਨ। ਹੁਣ
ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹਿਮਤ ਸਦਕਾ ਸੱਚਖੰਡ ਰੂਪੀ ਸਾਧ ਸੰਗਤ ਗੁਰੂ ਸੰਗਤ ਜੀ ਫਤਿਹ ਪ੍ਰਵਾਨ ਕਰੋ। ਸਭਨਾਂ ਗੱਲਾਂ ਸਮਰਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੀਸ ਨਵਾਉਂਦੇ ਹੋਏ ਸਮੂਹ ਮਾਈ ਭਾਈ ਪ੍ਰੇਮ ਸਹਿਤ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਸ਼ਬਦ ਦੇ ਰੂਪਾਂ ਵਰਣਾਤਮਕ ਤੇ ਧੁਨ ਆਤਮਕ ਦੇ ਸੰਬੰਧ ਵਿੱਚ ਜ਼ਿਕਰ ਕਰ ਰਹੇ ਸੀ, ਵਿਆਖਿਆ ਕਰ ਰਹੇ ਸੀ। ਸੰਤ ਬਾਬਾ ਸੁੱਚਾ ਸਿੰਘ ਜੀ ਹੋਰਾਂ ਉਪਰੰਤ ਸੰਤ ਬਾਬਾ ਨਿਰਮਲ ਸਿੰਘ ਜੀ ਹੋਰੀ ਗੁਰਮਤਿ ਵਿਚਾਰਾਂ ਜੋ ਸਾਹਿਬ ਜੀ ਦੇ ਬਚਨ ਨੇ ਹਮੁ ਮਰਦ ਬਾਇਦ ਸ਼ਬਦ ਸੁਖਮਨ ਹਰ ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ ਜਫਰਨਾਮੇ ਦੀ ਇਹ ਵਿਚਾਰਧਾਰਾ ਹੈ। ਭਾਵ ਮਰਦ ਉਹ ਹੈ ਭਾਈ ਜਿਹੜਾ ਬਚਨਾਂ ਦਾ ਸੂਰਬੀਰ ਹੈ, ਜਿਸ ਦੇ ਮੁਖ ਵਿੱਚ ਕੁਝ ਹੋਰ ਹੈ, ਹਿਰਦੇ ਵਿੱਚ ਕੁਝ ਹੋਰ ਹੈ, ਹਿਰਦੇ ਵਿੱਚ ਕੁਝ ਹੋਰ ਹੈ, ਮੁਖ ਵਿੱਚ ਕੁਝ ਹੋਰ ਹੈ। ਉਹ ਭਾਈ ਮਰਦ ਨਹੀਂ, ਉਹ ਨਿਸ਼ਾਨ ਨਹੀਂ, ਉਹ ਮਾਲਕ ਜੀ ਦਾ ਸਿੱਖ ਨਹੀਂ। ਨਾਲ ਹੀ ਮਹਾਂਪੁਰਸ਼ ਭਾਈ ਸਾਹਿਬਾਂ ਦੇ ਬਚਨ ਮੰਨਣ ਦੇ ਸੰਬੰਧ ਵਿੱਚ ਜ਼ਿਕਰ ਕਰ ਰਹੇ ਸੀ। ਖਿਆਲ ਕਰਿਓ ਜੀ ਗੁਰਸਿੱਖ ਪਿਆਰਿਓ, ਗੁਰਮਤਿ ਸਿਧਾਂਤ ਸਾਨੂੰ ਇਹੋ ਹੀ ਭਾਈ ਸਿਖਾਉਂਦਾ ਹੈ, ਗੁਰਮਤਿ ਨੂੰ ਪੱਲੇ ਬੰਨ੍ਹਣੀ ਹੈ ਤੇ ਮਨ ਮਤ ਤੋਂ ਬਚਣਾ ਹੈ। ਐਸੇ ਹੀ ਵਿਚਾਰਧਾਰਾ ਨੂੰ ਵੀ ਮਹਾਂਪੁਰਸ਼ ਸਮੂਹ ਮਾਈ ਭਾਈ ਨੂੰ ਸਿਖਾਉਂਦੇ ਨੇ। ਸਾਹਿਬਾਂ ਦੇ ਬਚਨ ਸੰਗਤਾਂ ਦੇ ਨਾਲ ਸਾਂਝੇ ਕਰਦੇ ਨੇ। ਭਾਈ ਗੁਰਮਤਿ ਨੂੰ ਪੱਲੇ ਬੰਨ੍ਹਣੀ ਤੇ ਮਨ ਮਤ ਤੋਂ ਬਚਣਾ। ਖਿਆਲ ਕਰਿਓ ਜੇ ਗੁਰਸਿੱਖ ਪਿਆਰਿਓ, ਸਾਹਿਬਾਂ ਦੀ ਰਹਿਮਤ ਦੇ ਨਾਲ ਜਿਸ ਨੇ ਵੀ ਭਾਈ ਗੁਰਮਤਿ ਨੂੰ ਪੱਲੇ ਬੰਨ ਲਿਆ, ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਜਿਹੜਾ ਵੀ ਮਨ ਮਤ ਤੋਂ ਬਚਿਆ, ਲੋਕ ਪਰਲੋਕ ਵਿੱਚ ਭਾਈ ਉਸ ਦਾ ਜਸ ਹੋਇਆ। ਅੱਜ ਮਹਾਂਪੁਰਸ਼ਾਂ ਦੀ ਅਸੀਂ ਬਰਸੀ ਮਨਾ ਰਹੇ ਹਾਂ। ਮਹਾਂਪੁਰਸ਼ਾਂ ਨੇ ਗੁਰਮਤਿ ਸਿਧਾਂਤ ਨੂੰ ਪੱਲੇ ਬੰਨਿਆ ਸੀ। ਉਹ ਸੀ ਭਾਈ ਗੁਰਮਤਿ ਸਿਧਾਂਤ ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਨੇ ਗੁਰਮਤਿ ਦੇ ਸਿਧਾਂਤ ਨੂੰ ਪੱਲੇ ਬੰਨਿਆ ਸੀ। ਸ਼ਬਦ ਮਰਹੁ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਐਸੀ ਵਿਚਾਰਧਾਰਾ ਨੂੰ ਪੱਲੇ ਬੰਨੇ ਗੁਰਸਿੱਖ ਪਿਆਰਿਓ, ਗੁਰੂ ਨਾਨਕ ਗੁਰੂ ਬਾਜਾਂ ਵਾਲੇ ਦੇ ਦਰਬਾਰ ਦੀ ਭਾਈ ਸਿੱਖੀ ਮਿਲ ਸਕਦੀ ਹੈ, ਸੇਵਕੀ ਮਿਲ ਸਕਦੀ ਹੈ, ਸਿੱਖ ਬਣ ਜਾਈਦਾ। ਜਰਾ ਧਿਆਨ ਦੇਣਾ, ਖਿਆਲ ਕਰਨਾ। ਮੇਰਾਂ ਦੇ ਸੁਆਮੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ ਭਾਈ 3 ਬੇਟੇ ਸੁਪੁੱਤਰ। ਵੱਡਾ ਬਾਬਾ ਫਰੀਥੀਆ, ਸਭ ਤੋਂ ਛੋਟੇ ਨੇ ਮੇਰਾਂ ਦੇ ਸੁਆਮੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਸੰਬੰਧ ਵਿੱਚ ਬਾਣੀ ਨੇ ਬਚਨ ਕੀਤੇ ਨੇ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ, ਭਾਰ ਭੰਨ ਮਥਰਾ ਕਿਛ ਭੇਦ ਨੇ ਗੁਰੂ ਅਰਜਨ ਪ੍ਰਤੱਖ ਹਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੂੰ ਮੰਨ ਲਿਆ। ਜੋ ਪ੍ਰਾਪਤੀ ਚੋਜੀ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਈ ਕੀਤੀ, ਸਭਨਾਂ ਨੂੰ ਪਤਾ ਹੈ। ਪਰ ਵੱਡੇ ਬੇਟੇ ਨੇ ਬਾਬਾ ਪ੍ਰੀਥੀਆ ਜੀ, ਮਾਲਕ ਜੀ ਦੇ ਬਚਨ ਨੂੰ ਨਹੀਂ ਸਵੀਕਾਰਿਆ ਤੇ ਭਾਈ ਸਿੱਖ ਨਹੀਂ ਬਣ ਸਕੇ। ਦੇਖ ਲਓ ਬਾਬਾ ਪ੍ਰੀਥੀਆ ਕੈਸਾ ਹੈ, ਗੁਰੂ ਨਾਨਕ ਦਰਬਾਰ ਦਾ ਸੇਵਕ। ਕੈਸੀ ਗੁਰੂ ਨਾਨਕ ਦਰਬਾਰ ਦੇ ਨਾਲ ਸਾਂਝ ਹੈ ਬਾਬਾ ਪ੍ਰੀਥੀਆ ਜੀ ਦੀ। ਪਰ ਗੁਰਸਿੱਖ ਪ੍ਰੇਮੀਓ, ਗੁਰੂ ਨਾਨਕ ਦਰਬਾਰ ਵਿੱਚੋਂ ਸਿੱਖੀ ਨਹੀਂ ਪ੍ਰਾਪਤ ਕਰ। ਮਹਾਰਾਜ ਨੂੰ ਸੀਸ ਨਵਾਉਂਦੇ ਹੋਏ ਸਮੂਹ ਮਾਈ ਭਾਈ ਸ਼ਰਧਾ ਸਹਿਤ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਾਡੇ ਗੁਰੂ ਪਿਆਰੇ ਸਰਦਾਰ ਹਰਭਗਤ ਸਿੰਘ ਜੀ ਰਿਟਾਇਰਡ ਐਸਪੀ ਬੋਲੇ ਸੋ ਨਿਹਾਲ। ਹੁਣ ਦਾਸ ਸ਼੍ਰੀਮਾਨ
ਉਹ ਆਪਣੇ ਵਿਚਾਰ ਮੈਂ ਤਾਂ ਗੁਰਮਤਿ ਵਿਚਾਰ ਸਿੰਘ ਆਪ ਜੀ ਦੇ ਸਾਹਮਣੇ ਰੱਖਣੇ ਕੇਵਲ ਤੇ ਕੇਵਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਤੇ ਆਪ ਸੰਤਾਂ ਦਾ ਧੰਨਵਾਦ ਹੀ ਕਰਨਾ ਹੈ। ਅੱਜ ਆਪਾਂ ਉਸ ਮਹਾਨ ਆਤਮਾ ਦੀ ਯਾਦ ਵਿੱਚ ਜੁੜ ਬੈਠੇ ਹਾਂ ਜੋ ਲਗਾਤਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਵਰਸਾਈ ਹੋਈ ਆਤਮਾ ਸਾਡੇ ਵਰਗਾ ਪੰਜ ਭੌਤਿਕ ਸਰੀਰ ਧਾਰਨ ਕਰਕੇ ਲਗਾਤਾਰ 85 ਸਾਲ ਇਸ ਸੰਸਾਰ ਦੇ ਵਿੱਚ ਵਿਚਰਦੀ ਰਹੀ। ਪਰ ਜਿਵੇਂ ਆਪਾਂ ਬੋਲਦੇ ਹਾਂ, ਜਿਵੇਂ ਆਪਾਂ ਤੁਰਦੇ ਹਾਂ, ਇਸ ਪ੍ਰਕਾਰ ਆਪ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਹਜ਼ਾਰਾਂ ਨੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਕੀਤਾ ਔਰ ਗੁਰੂ ਕੇ ਖੰਡੇ ਬਾਟੇ ਦਾ ਅਮਰ ਛਕਾ ਕਰਕੇ ਗੁਰੂ ਵਾਲੇ ਬਣਾ ਕਰਕੇ ਲੋਕ ਸੁਖੀ ਪਰਲੋਕ ਸੁਹੇਲੇ ਕਰਨਾ ਕੀਤੇ। ਅੱਜ ਜਿਸ ਦਿਨ ਵਿੱਚ ਆਪਾਂ ਬੈਠੇ ਹਾਂ 13 ਸਾਲ ਪਹਿਲਾਂ ਦਿਨ ਦੇ ਪੂਰੇ 2:05 ਰਹਿਣ ਦੇ ਸਮੇਂ ਵਿੱਚ 4 ਤਰੀਕ ਨੂੰ ਉਹਨਾਂ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਵਿੱਚ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ, ਸੂਰਜ ਕਿਰਨ ਵੇਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਉਹ ਪ੍ਰਾਪਤ ਹੋ ਗਏ। ਉਹਨਾਂ ਦੀ ਸਾਲਾਨਾ ਯਾਦ ਮਨਾਉਂਦੇ ਹੋਏ ਹਰ ਸਾਲ ਆਪ ਸਰਬ ਸੰਗਤ ਘਰਾਂ ਦੇ ਕੰਮਾਂ ਕਾਰਾਂ ਨੂੰ ਤਿਆਗ ਕਰਕੇ ਔਰ ਉਹਨਾਂ ਦੇ ਪਾਏ ਹੋਏ ਪੱਗ ਚਿੰਨ੍ਹਾਂ ਉੱਤੇ ਤੁਰਨ ਵਾਸਤੇ, ਉਹਨਾਂ ਦੇ ਜੀਵਨ ਦੇ ਵਿੱਚੋਂ ਸੇਧ ਪ੍ਰਾਪਤ ਕਰਨ ਵਾਸਤੇ, ਗੁਰੂ ਚਰਨਾਂ ਦੇ ਨਾਲ ਜੁੜਨ ਵਾਸਤੇ ਇਹ ਸਮਾਗਮ ਸਰਬ ਸੰਗਤ ਦੇ ਸਹਿਯੋਗ ਦੇ ਨਾਲ ਰਚਿਆ ਜਾਂਦਾ ਹੈ। ਔਰ ਮਨ ਨੂੰ ਇਹ ਵੀ ਬੜੀ ਪ੍ਰਸੰਨਤਾ ਹੁੰਦੀ ਹੈ, ਜਿਵੇਂ ਦਾਸ ਤੋਂ ਪਹਿਲਾਂ ਸਾਰੇ ਗੁਰੂ ਪਿਆਰਿਆਂ ਨੇ ਬੁਲਾਰਿਆਂ ਨੇ ਦੱਸਿਆ, ਉਹ ਹਮੇਸ਼ਾ ਜੀਂਦੇ ਹਨ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਨਾਨਕ ਅਵਰ ਨਾ ਜੀਵੈ ਕੋਏ, ਉਹ ਸਦਾ ਜੀਂਦੇ ਹਨ। ਜਿਸ ਦੀ ਮਿਸਾਲ ਆਪ ਦੇਖ ਹੀ ਰਹੇ ਹੋ ਕਿ ਥਾਵਾਂ ਥਾਵਾਂ ਤੇ ਕਿੰਨੇ ਪਿਆਰ ਦੇ ਨਾਲ ਜਦੋਂ ਸੜਕ ਤੋਂ ਆਪਾਂ ਚੱਲਦੇ ਹਾਂ, ਕਿਤੇ ਕਾਲਰੇ ਦੀ ਸੰਗਤ ਨੇ ਲੰਗਰ ਲਾਇਆ ਚਾਹ ਦਾ, ਹੱਥ ਜੋੜ ਜੋੜ ਕੇ ਆਓ ਜੀ ਚਾਹ ਛਕੋ ਜੀ, ਆਓ ਜੀ ਚਾਹ ਛਕੋ ਜੀ, ਨਹੀਂ ਤਾਂ 2 ਰੁਪਏ ਖਰਚ ਕੇ ਚਾਹ ਦਾ ਕੱਪ ਲੈਣਾ ਪੈਂਦਾ। ਪਰ ਹੱਥ ਜੋੜ ਕੇ ਉਹ ਆਪਣੇ ਧੰਨ ਭਾਗ ਸਮਝਦੇ ਹਨ ਕਿ ਐਸੀ ਮਹਾਨ ਆਤਮਾ ਦੀ ਯਾਦ ਦੇ ਵਿੱਚ ਜੇ ਕਿਤੇ ਕੋਈ ਗੁਰੂ ਦਾ ਪਿਆਰਾ ਸਾਡਾ ਇੱਕ ਚਾਹ ਦਾ ਕੱਪ ਹੀ ਪੀ ਜਾਵੇ, ਜੋ ਉਸ ਸਥਾਨ ਨੂੰ ਤੁਰਿਆ ਜਾਂਦਾ, ਜਿਸ ਸਥਾਨ ਦੇ ਉੱਤੇ ਬੈਠ ਕਰਕੇ ਲਗਾਤਾਰ ਉਹਨਾਂ ਨੇ 40-50 ਸਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕਰਕੇ ਇੱਕ ਸੁਰ ਹੋ ਕਰਕੇ ਬੰਦਗੀ ਕਰਨਾ ਕੀਤੀ। ਔਰ ਹੋਰ ਗਾਂਹ ਆਵੋ 10ਵੀਂ ਕਦਮਾਂ ਉੱਤੇ ਰਸਗੁੱਲਿਆਂ ਦਾ ਲੰਗਰ ਲੱਗਿਆ ਹੋਇਆ, ਨਾਲ ਚਾਹ ਦਾ ਲੰਗਰ ਲੱਗਿਆ ਹੋਇਆ, ਉਹ ਵੀ ਮਿਹਨਤਾਂ ਕਰਦੇ ਆ। ਅਗਾਂਹ ਜਾ ਕੇ ਆਪ ਸੰਗਤ ਦਾ ਇੱਥੇ ਲੰਗਰ ਲੱਗਿਆ ਹੋਇਆ। ਕਹਿਣ ਤੋਂ ਭਾਵ ਇਹ ਤੁਹਾਡੀ ਆਤਮਾ ਦੀ ਉਹਨਾਂ ਪ੍ਰਤੀ ਸ਼ਰਧਾ, ਉਹਨਾਂ ਪ੍ਰਤੀ ਪਿਆਰ ਇੰਝ ਮਹਿਸੂਸ ਹੁੰਦਾ ਜਿਵੇਂ ਉਹ ਆਪ ਹੀ ਸਾਰੇ ਵਿਚਰ ਰਹੇ ਹਨ। ਕਹਿਣ ਤੋਂ ਭਾਵ ਹੋਣਾ ਵੀ ਚਾਹੀਦਾ। ਹੋਰ ਵੀ ਨਗਰਾਂ ਨਿਵਾਸੀਆਂ ਦੇ ਨਗਰ ਜਿੰਨੇ ਵੀ ਹਨ, ਕਈ ਸੇਵਾ ਮੰਗਦੇ ਆ, ਅਗਲੇ ਸਾਲ ਅਸੀਂ ਲੰਗਰ ਲਾਉਣਾ, ਅਸੀਂ ਲਾਉਣਾ। ਕਹਿਣ ਤੋਂ ਭਾਵ ਇਹ ਪਿਆਰ ਦਾ ਪ੍ਰਗਟਾਵਾ, ਇਹ ਉਹਨਾਂ ਦੇ ਇੱਥੇ ਹੋਣ ਦਾ ਸਬੂਤ ਹੈ। ਤਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਭ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਛਤਰ ਛਾਇਆ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘ ਦਾ ਗੋਦ ਮਾਣ ਕਰਕੇ 4 ਦਿਨ ਆਪਾਂ ਨਾਮ ਅਭਿਆਸ ਕਮਾਈ ਸਮਾਗਮ ਦਾ ਆਨੰਦ ਮਾਣਨਾ ਕੀਤਾ। ਜਿਹੜੇ ਗੁਰੂ ਪਿਆਰੇ ਉਸ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਸ਼ਾਮਲ ਹੋਏ, ਉਹਨਾਂ ਨੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਲਾਉਣਾ ਕੀਤਾ। ਸਾਰੀ ਰਾਤ ਵਸੀਲਾ ਕੋਈ ਬਣਿਆ, ਵਰਸੀ ਕਹਿ ਲਓ, ਸਮਾਗਮ ਦਾ ਨਾਮ ਕੋਈ ਰੱਖ ਲਓ, ਉਹਨਾਂ ਦੀ ਯਾਦ ਵਿੱਚ ਬੈਠ ਕਰਕੇ ਸਾਰੀ ਰਾਤ 12-14 ਘੰਟੇ ਆਪਾਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ। ਹੁਣ ਵੀ ਸਵੇਰ ਤੋਂ ਲੈ ਕਰਕੇ ਕੋਈ ਦੂਜੀ ਨਾ ਕੋਈ ਪੋਲੀਟਿਕਸ ਦੀ ਗੱਲ, ਨਾ ਕੋਈ ਘਰੋਗੀ ਗੱਲ, ਕੇਵਲ ਜਪੋ ਤਾਂ ਇੱਕੋ ਨਾਮਾ, ਅਵਰ ਨਰਾਫਲ ਕਾਮਾ, ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ ਆਹਾ, ਏਕ ਇਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ।
ਇਸੇ ਦਾ ਹੀ ਰਟਨ ਹੋਇਆ ਨਾ। ਜੇ ਕਥਾ ਹੋਈ ਤਾਂ ਇਸੇ ਦੀ ਹੋਈ ਹੈ, ਇੱਕ ਦੀ। ਜੇ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਤਾਂ ਵੀ ਇੱਕ ਦੀ ਸਿਫਤੋ ਸਲਾਹ ਕੀਤੀ ਹੈ। ਭਾਵ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਦੇ ਨਾਲ ਜੁੜੇ ਸਨ, ਤੇ ਸਾਨੂੰ ਵੀ ਇਹ ਵਰਸੀ ਦਾ ਇੱਕ ਸਮਾਗਮ ਵਸੀਲਾ ਕਹਿ ਲਓ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਬਣਾ ਕੇ ਦੇ ਗਏ ਆ। ਔਰ ਆਪ ਜੀ ਸੰਗਤ ਉਹਨਾਂ ਦੀ ਯਾਦ ਵਿੱਚ ਬੈਠ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋ। ਲਾਲ ਦਾਸ ਉਹਨਾਂ ਮਹਾਂਪੁਰਖਾਂ ਦਾ ਜੋ ਆਪਣੇ ਰੁਝੇਵੇਂ ਛੱਡ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋਏ, ਨਾਲ ਗੁਰਮਤਿ ਅਨੁਸਾਰ ਉਹਨਾਂ ਨੇ ਵਚਨ ਸਰਵਣ ਕਰਾਉਣਾ ਕੀਤੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹੈ। ਤੀਸਰੇ ਨੰਬਰ ਤੇ ਉਹਨਾਂ ਗੁਰਮੁਖ ਪਿਆਰਿਆਂ ਦਾ, ਰਾਗੀ ਸਿੰਘਾਂ ਦਾ, ਜਿਨ੍ਹਾਂ ਨੇ ਗੁਰੂ ਕਾ ਜਸ ਸਰਵਣ ਕਰਾ ਕੇ ਸੰਗਤ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਕੀਤਾ। ਕਿਉਂਕਿ ਸਾਹਿਬਾਂ ਦਾ ਵਚਨ ਹੈ, ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਤੇ ਅੱਗੋਂ ਉੱਤਰ ਦਿੱਤਾ, ਸੀਸ ਵੱਡੇ ਕਰ ਵੈਸਣ ਦੀਜੈ, ਬੇਣ ਸਿਰ ਸੇਵ ਕਰੀਜੈ। ਐਸੀ ਮਹਾਨਤਾ ਸਤਿਗੁਰਾਂ ਨੇ ਐਸੇ ਗੁਰੂ ਪਿਆਰਿਆਂ ਨੂੰ ਦੇਣਾ ਕੀਤੀ ਹੈ, ਜੋ ਇੱਕ ਦੀ ਗੱਲ ਸੁਣਾਉਂਦੇ ਆ। ਉਹਨਾਂ ਦਾ ਵੀ ਦਾਸ ਰੋਮ ਰੋਮ ਕਰਕੇ ਧੰਨਵਾਦੀ ਆ। ਤੀਸਰੇ ਉਹਨਾਂ ਗੁਰਮੁਖ ਪਿਆਰਿਆਂ ਦਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰ ਕਰਕੇ ਬੜੇ ਘਰਾਂ ਦੇ ਕੰਮਕਾਰ ਨਾਲੋਂ ਵੀ ਜ਼ਿਆਦਾ ਸੋ ਗੁਰੂ ਘਰ ਨੂੰ ਸੇਵਾ ਦਾ ਤਰਜੀਹ ਦੇ ਕਰਕੇ ਦਿਨ ਰਾਤ ਗੁਰੂ ਘਰ ਦੀ ਸੇਵਾ ਕੀਤੀ ਆ। ਕੋਈ ਲੰਗਰ ਪਕਾਉਣ ਦੀ ਸੇਵਾ ਕਰ ਰਿਹਾ, ਕੋਈ ਚਾਹ ਬਣਾਉਣ ਦੀ ਸੇਵਾ ਕਰ ਰਿਹਾ, ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਕਾਰਾਂ ਸਕੂਟਰਾਂ ਨੂੰ ਸਾਂਭਣ ਦੀ ਸੇਵਾ ਕਰ ਰਿਹਾ। ਭਾਵ ਕਿੰਨੇ ਪ੍ਰਕਾਰ ਦੀ ਸੇਵਾ ਕਰਾਂ, ਭਾਵ ਦੱਸੀ ਨਹੀਂ ਜਾ ਸਕਦੀ। ਕੋਈ ਦਰੀਆਂ ਵਿਛਾਉਣ ਦੀ ਸੇਵਾ ਕਰ ਰਿਹਾ, ਕੋਈ ਲੰਗਰ ਛਕਾਉਣ ਦੀ ਸੇਵਾ ਕਰ ਰਿਹਾ। ਭਾਵ ਸਾਰੀਆਂ ਸੇਵਾ ਆਪ ਸਰਬ ਸੰਗਤ ਹੀ ਕਰ ਰਹੇ ਹੋ। ਦਾਸ ਦੀ ਤਾਂ ਧੰਨਵਾਦ ਤੇ ਹੋ ਨਹੀਂ ਸਕਦਾ। ਗੁਰੂ ਚਰਨਾਂ ਵਿੱਚ ਕੇਵਲ ਅਰਦਾਸ ਹੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਸਰਬ ਸੰਗਤ ਨੂੰ, ਸੇਵਾਦਾਰਾਂ ਨੂੰ ਹੋਰ ਬਲ ਬੁੱਧੀ ਉਤਸ਼ਾਹ ਬਖਸ਼ਿਸ਼ ਕਰਨ, ਤਾਂ ਜੋ ਆਪਾਂ ਹੋਰ ਇਸੇ ਪ੍ਰਕਾਰ ਰਲ ਮਿਲ ਕੇ ਤੇ ਫਿਰ ਗੁਰੂ ਚਰਨਾਂ ਦੇ ਵਿੱਚੋਂ ਲਾਹਾ ਪ੍ਰਾਪਤ ਕਰੀਏ। ਸੇਵਾ ਦਾ ਫਲ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣਹਾਰ ਹਨ। ਇਸੇ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਹੋਰ ਉਤਸ਼ਾਹ ਬਖਸ਼ਿਸ਼ ਕਰਨ। ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਹੋਰ ਵੱਧ ਚੜ੍ਹ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ, ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ। ਇਹੀ ਸਾਡਾ ਉਹਨਾਂ ਮਹਾਂਪੁਰਖਾਂ ਦਾ ਜੀਵਨ ਮਨੋਰਥ ਸੀ, ਔਰ ਸਾਡਾ ਵੀ ਇਹੀ ਹੋਣਾ ਚਾਹੀਦਾ। ਸੋ ਫਿਰ ਦੁਬਾਰਾ ਆਪ ਸਰਬ ਸੰਗਤ ਦਾਸ ਕਿੱਥੋਂ ਕਿੱਥੋਂ ਗਿਣਨਾ ਕਰੇ, ਭਾਵ ਸਾਰੇ ਦੂਰ ਨੇੜੇ ਤੋਂ ਚੱਲ ਕਰਕੇ ਨਗਰਾਂ ਤੇ ਔਰ ਇਸੇ ਪ੍ਰਕਾਰ ਸ਼ਹਿਰਾਂ ਤੋਂ, ਸਾਰੇ ਪੰਜਾਬ ਤੋਂ ਬਾਹਰ ਵੀ ਸਾਰੇ ਹਿੰਦੁਸਤਾਨ ਤੋਂ ਚੱਲ ਕੇ ਆਏ ਹੋ। ਆਪ ਸਰਬ ਸੰਗਤ ਦਾ ਕਦਮ ਕਦਮ ਜਿਹੜਾ ਹੈ ਉਹ ਦਾਸਾਂ ਦੇ ਪ੍ਰਬੰਧਕਾਂ ਦੇ ਸਿਰ ਮੱਥੇ ਉੱਤੇ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਪ੍ਰਕਾਰ ਹੀ ਆਪ ਸਰਬ ਸੰਗਤ ਨੂੰ ਪਿਆਰ ਪ੍ਰੇਮ ਬਖਸ਼ਿਸ਼ ਕਰਨਾ, ਤਾਂ ਜੋ ਇਸੇ ਪ੍ਰਕਾਰ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ ਲਾਹੇ ਪ੍ਰਾਪਤ ਕਰ ਸਕੀਏ। ਦਾਸ ਇੰਨੀ ਬੇਨਤੀ ਕਰਦਾ ਹੋਇਆ ਆਪ ਸੰਗਤ ਦੇ ਵਿੱਚੋਂ ਖਿਮਾ ਚਾਹੁੰਦਾ। ਜੇ ਕੋਈ ਕਿਸੇ ਦੀ ਸ਼ਾਨ ਦੇ ਵਰਖਲਾਫ ਕੋਈ ਸ਼ਬਦ ਕਿਹਾ ਗਿਆ ਹੋਵੇ, ਉਹ ਤੋਂ ਦਾਸ ਖਿਮਾ ਮੰਗਦਾ। ਬਾਕੀ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ, ਕਿਉਂਕਿ ਜੋ ਮਹਾਂਪੁਰਖਾਂ ਦਾ ਜੀਵਨ ਸੀ ਉਹ ਤਾਂ ਹਰ ਕਾ ਸੇਵਕ ਹਰ ਹੀ ਜਿਹਾ ਵਰਗਾ ਸੀ। ਹਰ ਹਰ ਜਨ ਦੇਖ ਹੈ ਬਿਦ ਵਿਚਾਰ ਕਿਛ ਨਾਹੇ, ਜਲ ਤੇ ਉਪਤ ਰੰਗ ਜੋ ਜਲ ਹੀ ਵਿਖੇ ਸਮਾਏ। ਜਿਵੇਂ ਸਤਿਗੁਰਾਂ ਨੇ ਫਰਮਾਨ ਕੀਤਾ ਪੰਜਵੇਂ ਸਰੂਪ ਵਿੱਚ ਕਿ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਦਾਸ ਦਾ ਆਪ ਸੰਗਤ ਸਰਬ ਸੰਗਤ ਦੇ ਕੋਲੋਂ ਇਹੀ ਦਾਤ ਹੱਥ ਜੋੜ ਕੇ ਮੰਗੇਗਾ ਕਿ ਜੋ ਉਹਨਾਂ ਨੇ ਪੂਰਨੇ ਵਾਹੇ ਹਨ, ਜਿੰਨਾ ਚਿਰ ਸਵਾਸ ਹਨ, ਉਹਨਾਂ ਦੇ ਪਾਏ ਹੋਏ ਪੱਗ ਚੰਨਾਂ ਉੱਤੇ ਪੂਰਨਿਆਂ ਉੱਤੇ ਚੱਲਣ ਦਾ ਸਤਿਗੁਰੂ ਜੀ ਬਲ ਬੁੱਧੀ ਪ੍ਰਦਾਨ ਕਰਨ। ਇਹ ਤਾਂ ਹੀ ਹੋ ਸਕਦਾ ਜੇ ਆਪ ਸਰਬ ਸੰਗਤ ਅਸੀਸ ਬਖਸ਼ਿਸ਼ ਕਰੋ। ਸੋ ਇਸ ਅਸੀਸ ਵਾਸਤੇ ਦਾਸ ਦੀ ਆਪ ਜੀ ਦੇ ਚਰਨਾਂ ਵਿੱਚੋਂ ਜਾਚਨਾ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਆਨੰਦ ਸਾਹਿਬ ਜੀ ਦਾ ਪਾਠ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪੜੀਆਂ, ਸਬਦੋ ਤਾਂ ਗਾਵੋ ਹਰੀ ਕੇਰਾ। ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ ਤੂੰ ਹਰ ਨਾਲ ਰਹੁ ਤੂੰ ਮਨ ਮੇਰੇ। ਅੰਗੀਕਾਰੋ ਕਰੇ ਤੇਰਾ, ਸਭਨਾ ਗਲਾਂ ਸਮਰੱਥ ਸੁਆਮੀ।
ਕਹ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਕਰਦਾ ਤੇਰੇ ਸਭ ਕੁਛ ਹੈ ਜਿਸ ਤੇ ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕਾ ਮਨ ਵਸਿਆ ਕਹ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਮੇਰਾ ਆਧਾਰ ਬਿਰਾਜਨ ਕਾਸਾਨ ਸੁਖਮਨਿਆ ਵਸਿਆ ਜਨ ਸਦਾ ਭਗਵਾਨ ਕੀ ਗੁਰੂ ਵਿਟੋ ਕਹ ਨਾਨਕ ਸੁਨੋ ਸੰਤੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਲਾ ਜਿਤ ਕਰ ਧਾਰਿਆ ਕਾਲ ਕੰਟ ਮਾਰਿਆ ਨਾਮ ਹਰ ਕੇ ਲਾਗੇ ਜਿਤ ਕਰ ਅਮਰ ਵਾਜੇ ਆਨੰਦ ਸੁਨੋ ਵਡ ਭਾਗਿਓ ਵਾਰ ਬ੍ਰਹਮ ਪ੍ਰਪਾਇਆ ਦੁਖ ਰੋਗ ਸੰਤਾਪ ਉਤਰੇ ਸੰਤ ਸਾਜਨ ਭੈ ਸਸੇ ਕੌਣ ਵੇ ਪਨੀਤ ਕਰਕੇ ਪਰਮਿਤ ਸਾਧੂ ਹਰਾ ਬਤੁਰੇ ਵਿਰਵਾਦ ਨਾਮ ਗੁਰਨ ਆਈ ਆਦੇ ਅਨਹਦ ਕੌਣ ਤੇ ਪਨੀਤ ਕਰਕੇ ਪਰਮਿਤ ਸਾਧੂ ਹਰਾ ਬਤੁਰੇ ਵਿਰਵਾਦ ਨਾਮ ਗੁਰਨ ਆਈ ਉਠਾ ਕਰ ਤਵਾ ਕੁਰਬਾ ਤੁਮਰੇ ਗਾਸਾ ਬੇਤ ਤੁਮ ਹੀ ਜਾਨੀ ਨਾਨਕ ਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਉਤਮ ਭਗਵਤੀ ਸਮਝਾ ਗੁਰੂ ਨਾਨਕ ਦੇਵ ਜੀ ਹਰਿ ਚੰਦਰ ਗੁਤੀ ਅਨੁਦਾਸ ਨਾਮ ਦਾਸ ਨੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਮਾਰੇ ਸ੍ਰੀ ਹਰਿ ਕ੍ਰਿਸ਼ਨ ਕੇ ਹਰਿ ਅਰਸ਼ਾ ਸਭ ਕੁਝ ਜਾਏ ਤੇਗ ਬਹਾਦਰ ਸਿਮਰਿਆ ਧਰਮ ਵਿਆਵੇ ਭਾਈ ਸਤਾਏ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਦੇ ਵਾਲੇ ਧਰਮ ਦੇ ਆਸਰਾ ਧਰਮ ਕੁਹਾਰ ਸੰਸ਼ੀਲ ਬਹਾਦਰ ਸਿੱਖਿਆ ਵਾਜਾ ਵਾਲੇ ਕੇ ਰਾਤੀ ਸੁਧ ਸੁਲਤਾਨ ਸਤਿਗੁਰੂ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਪਾਠ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਪੰਜਾਂ ਤਖਤਾਂ ਸਰਵਤਰ ਗੁਰਦੁਆਰਿਆਂ ਝੰਡਿਆਂ ਬੰਗਿਆਂ ਗੁਰਖਾਂ ਗੁਰ ਨਿਸ਼ਾਨੋਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਤੇ ਚੰਗੀ ਬੱਚਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਪੰਜਾਂ ਤਖਤਾਂ ਸਰਵਤਰ ਗੁਰਦੁਆਰਿਆਂ ਝੰਡਿਆਂ ਬੰਗਿਆਂ ਗੁਰਖਾਂ ਗੁਰ ਨਿਸ਼ਾਨੋਂ ਜੀ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ। ਪ੍ਰਥਮ ਹੈ ਸਮੂਹ ਖਾਲਸਾ ਜੀ ਕੀ ਅਰਦਾਸ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਪਿਆਰੀ ਤੇ ਕਾਮ ਕਾ ਸਤਿਕਾਰ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਪਾਤਸ਼ਾਹ ਦੇਵ ਤੇ ਫਤਿਹ ਬਖਸ਼ ਕੀ ਪੈਰ ਪੰਥ ਕੇ ਵੀਰ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਰਹਿ ਦਾਨ ਕੇਸ ਦਾਨ ਬੁੱਧ ਦਾਨ ਵਿਵੇਕ ਦਾਨ ਰਸਾ ਦਾਨ ਭਰੋਸਾ ਦਾਨ ਦਾਨਾ ਸੁਦਾਨ ਨਾਮ ਦਾਨ ਸੁਨਿਓ ਸਰਸਾ ਤਨ ਸਾਹਿਬ ਕੰਜਾ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਡੇ ਜਿਹੜੇ ਉਹਦੇ ਬਟਾਲ ਧਰਮਕਾ ਵੈਦੇ ਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਦਰਬਾਰ ਸਾਹਿਬ ਗੁਰੂ ਜਿਨ੍ਹਾਂ ਗੁਰਦੁਆਰਿਆਂ ਦੇ ਧਾਮਾਂ ਆਪਣੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਪ੍ਰਦਾਨ ਆਪਣੇ ਖਾਲਸਾ ਪੰਥ ਨੂੰ ਕੋਸ਼ਿਸ਼ ਕਰੋ। ਮੇਰੇ ਮਾਇਆ ਦੀ ਮਾਂ ਸਤਿਗੁਰੂ ਦੇ ਕਾਰਿਆਂ ਦੇ ਨਾਮ ਸਤਿਗੁਰੂ ਨੇ ਉਹਦਿਆਂ ਦੀ ਉਹ ਸਤਿਗੁਰੂ ਨੇ ਆਸਮਾਨ ਦੇ ਆਸਰੀ ਸਤਿਗੁਰੂ ਕਰਨ ਕਾਮ ਪਦ ਪਾਲਨ ਬੁੱਧੀ ਸ੍ਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਕੋ ਤੰਤਰ ਜਾਨ ਸਰਬ ਜਾਨ ਪਰਿਪੂਰਨ ਦਾ ਪਾਠ ਸੰਗਿਓ ਜੋ ਸਰ ਜੋ ਆਪ ਜੀ ਦੇ ਚਰਨਾਂ ਹੋਣਾ ਜੀ ਸਰਬ ਸੰਗਤ ਨੂੰ ਅਰਦਾਸ ਬੇਨਤੀ ਪ੍ਰਾਰਥਨਾ ਜੁੜੀ ਹੈ। ਸਤਿਗੁਰੂ ਆਪ ਜੀ ਦਾ ਮੁੱਖ ਵਾਕ ਹੈ ਜਨਮ ਮਰਨ ਦੋਹੀ ਮੈਂ ਨਾਹੀ ਜਨ ਪਾਉ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੁਣ ਲੈਣ ਮਲਾਏ ਆਪ ਜੀ ਦੇ ਗਰਮ ਕਰੋਂ ਬਰਸਾਏ ਹੋਏ ਮਹਾਂਪੁਰਖ ਸਤਿਸੰਗ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਭੇਜਣਾ ਕੀਤਾ ਸੀ। ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਡਿਊਟੀ ਨੂੰ ਸੰਪੂਰਨ ਕਰਕੇ ਗਰੀਬ ਨਿਵਾਸ ਅੱਜ ਤੋਂ 13 ਸਾਲ ਪਹਿਲਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਹਾ ज्योति ज्योत रली संपूर्ण किया राम
ਜਿਉ ਜਲ ਜਲ ਮੈਂ ਪਿਆਸ ਨ ਲਿਖਿਓ ਤਿਉ ਤੁਰ ਮਿਲਿਓ ਜਲਾਹੋ। ਨਾਨਕ ਨੀਂਦ ਪਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਦੀ ਵਸਤਾਂ ਨੂੰ ਪ੍ਰਾਪਤ ਕਰਕੇ ਸਰੀਰ ਕਾਲ ਵਾਸਤੇ ਆਪ ਜੀ ਦੇ ਸਰੂਪ ਵਿੱਚ ਭੇਟ ਹੋ ਗਿਆ ਗਰੀਬ ਨਿਵਾਜ। ਉਹਨਾਂ ਦੀ ਸਾਲਾਨਾ 13ਵੀਂ ਵਰਸੀ ਮਨਾਉਣ ਵਾਸਤੇ ਸਰਬ ਸੰਗਤ ਦੂਰ ਨੇੜੇ ਤੋਂ ਚੱਲ ਕਰਕੇ ਕਈਆਂ ਦਿਨਾਂ ਤੋਂ ਲਗਾਤਾਰ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਖੁੱਲ੍ਹੇ ਪੰਜਾਬ ਦੇ ਵਿੱਚ ਆਪ ਜੀ ਨੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਿਸ਼ ਕਰਕੇ ਸਰਬ ਸੰਗਤਾਂ ਨੂੰ ਕਿਰਤਾਰਥ ਕੀਤਾ। ਆਪ ਜੀ ਦੀ ਹਜ਼ੂਰੀ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਉਸ ਤੋਂ ਪਹਿਲਾਂ ਜੋ ਉਸ ਮਹਾਨ ਆਤਮਾ ਦੀ ਯਾਦ ਦੇ ਵਿੱਚ ਸਹਿਜ ਪਾਠ ਪ੍ਰਾਰੰਭ ਕੀਤਾ ਸੀ ਉਸ ਦਾ ਭੋਗ ਪਿਆ। ਉਹ ਪ੍ਰਹੰਸ ਸ਼ਬਦ ਕੀਰਤਨ ਹੋਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ। ਕੀਰਤਨ ਤੋਂ ਉਪਰੰਤ ਆਪ ਜੀ ਨੇ ਬਖਸ਼ਿਸ਼ ਕੀਤੇ ਹੋਏ ਮੁੱਖ ਭਾਗ ਦੀ ਕਥਾ ਹੋਈ। ਗੁਰਮਤਿ ਵਿਚਾਰਾਂ ਹੋਈਆਂ ਦਾਤਾਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਕਰਨਾ ਭੁੱਲ ਚੁੱਕ ਮਾਫ ਕਰੋ। ਜੋ ਆਪ ਜੀ ਨੇ ਗੁਰਬਾਣੀ ਰਾਹੀਂ ਕੀਰਤਨ ਰਾਹੀਂ ਵਿਚਾਰਾਂ ਰਾਹੀਂ ਦਾਤਾਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗੁਰਮਤਿ ਸੇ ਬਖਸ਼ਿਸ਼ ਕੀਤੀ ਹੈ ਉਸ ਗੁਰਮਤਿ ਸੇ ਤੇ ਚੱਲਣ ਦੀ ਗਰੀਬ ਨਿਵਾਸ ਬਲਬੁੱਧੀ ਪ੍ਰਦਾਨ ਕਰੋ। ਗੁਰਮਤਿ ਗਾਦੀ ਰਾਹ ਦੇ ਧਾਰਨੀ ਬਣਾਓ। ਗੁਰਸਿੱਖ ਮੀਤ ਚਲੋ ਗੁਰ ਚਾਲੀ ਨੂੰ ਜੀਵਨ ਆਧਾਰ ਬਣਾਉਣਾ ਕੀਰੋ ਕਰੋ ਦਾਤਾਰ ਸਤਿਗੁਰੂ। ਜੋ ਮਹਾਂਪੁਰਖਾਂ ਨੇ ਗੁਰਮਤਿ ਦੇ ਪੱਗ ਤੇ ਮੋਹਣਾ ਕੀਤੇ ਗਰੀਬ ਨਿਵਾਸ ਸਤਿਗੁਰੂ ਗਰੀਬ ਨਿਵਾਸ ਬਣਾ ਪੱਗ ਦੇ ਨਾਲ ਤੇ ਗੁਰਮਤਿ ਅਨੁਸਾਰ ਚੱਲਣ ਦਾ ਬਲਬੁੱਧੀ ਪ੍ਰਦਾਨ ਕਰੋ। ਸਭ ਮਾਈ ਪਾਈ ਦੂਰ ਨੇੜੇ ਤੋਂ ਚੱਲ ਕਰਕੇ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰ ਹੋਏ ਆ। ਸਭ ਸੰਗਤ ਦੀਆਂ ਹਾਜ਼ਰੀਆਂ ਆਪਣੀ ਧਾਰਨਾ ਆਪਣੇ ਦਰ ਪ੍ਰਦਾਨ ਕਰੋ। ਸ਼ੁਭ ਮਨੋਕਾਮਨਾ ਪੂਰਨ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾ ਧੰਨਵਾਦ ਹੈ ਦਾਤਾ ਸਤਿਗੁਰੂ। ਆਪ ਜੀ ਦੀ ਸਤਿ ਹੇਠ ਆਪ ਜੀ ਦੀ ਛਤਰ ਛਾਇਆ ਹੈ। ਆਪ ਜੀ ਦੀ ਕਿਰਪਾ ਦੁਆਰਾ ਦਾਤਾ ਸਤਿਗੁਰੂ ਸਾਰਾ ਸਮਾਜ ਪਾਠ ਨੂੰ ਲੈ ਕੇ ਆਪ ਤੱਕ ਆਪ ਨੇ ਰਹਿਤ ਕਰਕੇ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਵਿੱਚ ਲਾਹੇ ਸਾਹਿਬ ਸੰਪੂਰਨ ਕੀਤਾ ਦਾਤਾ ਸਤਿਗੁਰੂ ਜੀ ਕਿਤੇ ਨਾ ਕਿਤੇ ਸਲਾਈ ਹੈ ਕਿਹੜੇ ਮੂੰਹ ਨਾਲ ਆਪ ਜੀ ਦੀ ਸ਼ੁਭ ਕਰੀਏ ਦਾਤਾ ਸਤਿਗੁਰੂ ਆਪ ਜੀ ਦਾ ਧੰਨਵਾਦ ਕੋਟਾ ਤੋਂ ਸ਼ੁਕਰਾਨਾ ਹੈ। ਸਤਿਗੁਰੂ ਜੀ ਨਾਲ ਇਸੇ ਪ੍ਰਕਾਰ ਆਪਣੇ ਸਥਾਨਾਂ ਤੋਂ ਨਾਮ ਬਾਣੀ ਸੁਣਨ ਦੇ ਪ੍ਰਵਾਹ ਲਾ ਕਰਕੇ ਸਭ ਸੰਗਤਾਂ ਭਲਾ ਕਰੋ। ਗੁਰਮਤ ਅਨੁਸਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਪ੍ਰਚਾਰ ਕਰਨ ਦੀ ਬਲਬੁੱਧੀ ਪ੍ਰਦਾਨ ਕਰੋ। ਦਾਤਾਰ ਸਤਿਗੁਰੂ ਗਰੀਬ ਨਿਵਾਸ ਜਿਨ੍ਹਾਂ ਦੇ ਨਾਲ ਗੁਰਮੁਖ ਪਿਆਰਿਆਂ ਨੇ ਤਾਨ ਕਰਕੇ ਮਾਨ ਕਰਕੇ ਧਾਰ ਕਰਕੇ ਸੇਵਾ ਕੀਤੀ ਹੈ ਨਾਮਾਂ ਤੋਂ ਤੁਸੀਂ ਜਾਣੋ। ਆਪ ਕਿਰਪਾ ਕਰਕੇ ਉਹਨਾਂ ਦੇ ਫਲ ਸਰੂਪ ਉਹਨਾਂ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰੋ। ਦਾਤਾਰ ਸਤਿਗੁਰੂ ਜੀ ਆਪ ਜੀ ਦਾ ਕਰਦੇ ਪ੍ਰੇਮੀ ਬੀਬੀ ਰਣਜੀਤ ਕੌਰ ਜੀ ਨੇ 101 ਬੋਲੇ ਆਪ ਜੀ ਦੇ ਚਰਨਾਂ ਕਮਲਾਂ ਦੀ ਨਗਰ ਦੀ ਸੇਵਾ ਵਾਸਤੇ ਹਾਜ਼ਰ ਕੀਤਾ। ਸਤਿਗੁਰੂ ਮਨੋਕਾਮਨਾ ਆਪ ਜਾਣਿਓ ਸ਼ੁਭ ਜਾਣਿਓ ਗਰੀਬ ਨਿਵਾਸ ਸ਼ੁਭ ਮਨੋਕਾਮਨਾ ਪੂਰਨ ਕਰੋ। ਮੇਰਾ ਭੈਸ ਕਰਕੇ ਹੱਥ ਰੱਖੋ ਆਪਣੇ ਚਰਨਾਂ ਕਮਲਾਂ ਵਿੱਚ ਪ੍ਰੀਤੀ ਪਿਆਰ ਸੁਖੀ ਜੀਵਨ ਪ੍ਰਦਾਨ ਕਰੋ। ਇਸ ਵੇਲੇ ਸਾਰੇ ਜਗਾਂ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਕਰਨਾ ਭੁੱਲ ਮਾਫ ਕਰੋ। ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਇਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਕੀਰਤਨ ਦੀ ਸੇਵਾ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਦੀ ਖਿਮਾ ਕੋਸ਼ਿਸ਼ ਕਰੋ। ਹੁਣ ਆਪ ਆਪਣਾ ਪਾਵਨ ਮੁਖਵਾਰ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ। ਆਪ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਵਿੱਚੋਂ ਸਰਬ ਸੰਗਤ ਨੂੰ ਆਪ ਜੀ ਦੇ ਹਰੀ ਉਤਰਾ ਪਸੀਨ ਪ੍ਰਸ਼ਾਦ ਜੀ ਦਾ ਦੇਗ ਹਾਜ਼ਰ ਹੈ। ਅਨੇਕ ਪ੍ਰਕਾਰ ਭੋਜਨ ਦਾ ਕੀਏ ਬਹੁਤ ਹੀ ਨਿਸ਼ਟਾਏ ਕਰੀ ਪਾਠ ਸਾਰ ਸੁਰਤ ਵਿਤਾ ਹੰਗਾਵ ਭੋਗ ਹਰਾਏ। ਆਪ ਜੀ ਦਾ ਸੀ ਪ੍ਰਸ਼ਾਦ ਸਾਧ ਸੰਗਤ ਤੋਂ ਵਰਤੇ ਜੋ ਆਪ ਦਾ ਪ੍ਰਸ਼ਾਸਕ ਸਵਾਸ ਵਾਹਿਗੁਰੂ ਮੰਤਰ ਦਾ ਯਾਦ ਕਰੇ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਾ ਗਿਆ ਭਈ ਅਕਾਲ ਕੀ ਕਵੇ ਚਲਾਇਓ ਪੰਥ ਸਭ ਸੇ ਜਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਗੁਰ ਬੋਚਾ ਗੁਰ ਸ਼ਬਦ ਮੈਨੇ ਬਾਤ ਰੇ ਕਾ ਖਾਲਸਾ ਆਕੀ ਰਹਿ ਨ ਕੋਏ ਮਾਰ ਹੋਏ ਸਭ ਰਹਿਗੇ ਬਚੇ ਸਮਝੋ। ਵਾਹਿਗੁਰੂ ਨਾਮ ਜਹਾਜ ਹੈ ਤੇ ਸੁਤੇ ਪਾਰ ਜੋ ਸ਼ਰਧਾ ਕਰ ਸੇ ਮੰਦੇ ਪਾਰ ਉਤਾਰਨਾ ਜੋ ਸ਼ਰਧਾ ਕਰ ਸੇ ਮੰਦੇ ਗੁਰ ਪਾਰ ਉਤਾਰਨਾ। ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਏ ਕੋਟ ਜਨਮ ਕੇ ਕਿਲ ਵਿਖਨਾਤ ਹਰ ਚਰਣੀ ਚਿਤ ਲਾਏ। ਆਸਰੀ ਮਹਲਾ ਪੰਜਵਾ ਘਰ ਬਾਰਨਾ ਏਕ ਓੰਕਾਰ ਸਤਿਗੁਰ ਪ੍ਰਸਾਦ
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟਾ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜਮਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਸੁਚੱਜੇ ਢੰਗ ਨਾਲ ਬੜੇ ਹੀ ਨੌਜਵਾਨ ਬੱਚਿਆਂ ਦੀ ਸੇਵਾ ਕੀਤੀ ਹੈ। ਮਹਾਰਾਜ ਇਹਨਾਂ ਨੂੰ ਬੋਲੇ ਸੋ ਨਿਹਾਲ। ਸਾਧ ਜਗਜੀਤ ਸਿੰਘ ਹੁਣੀ ਵੀ ਆਪਣੇ ਮੁਖਾਰਬਿੰਦ ਤੋਂ ਕੁਝ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਮਾਣਦੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੋਲੀਟੀਕਲ ਕੰਮ ਦੇ ਵਿੱਚ ਦੌੜੇ ਭੱਜੇ ਫਿਰਦੇ ਸੀ ਜ਼ਿਲ੍ਹੇ 'ਚ, ਤੇ ਇੱਥੋਂ ਜਿਸ ਤਰ੍ਹਾਂ ਭੁੰਗੇ ਤੋਂ ਅੱਗੇ ਲੰਘੇ ਤੇ ਵੈਦ ਜੀ ਮੈਨੂੰ ਕਹਿੰਦੇ ਵੀ ਇੱਥੇ ਸੰਤ ਜੀ ਦਾ ਇੱਕ ਡੇਰਾ ਗੁਰਦੁਆਰਾ ਬਣਾਇਆ ਉਹਨਾਂ ਨੇ ਖੇੜਾ ਸਾਹਿਬ ਜਿੱਥੇ। ਸੋ ਅਸੀਂ ਇੱਥੇ ਆ ਕੇ ਤੇ ਸੰਤਾਂ ਕੋਲ ਪਹੁੰਚੇ ਗੁਰਦੁਆਰੇ ਤੋਂ। ਉਸ ਵੇਲੇ ਸਿਰਫ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀ ਤੇ ਲੰਗਰ ਦੀ ਬਿਲਡਿੰਗ ਸੀ, ਹੋਰ ਕੋਈ ਬਿਲਡਿੰਗ ਨਹੀਂ ਸੀ। ਤੇ ਸੰਤ ਜੀ ਆਪ ਵੀ ਹਾਲੇ 96 'ਚ ਹੀ ਰਹਿੰਦੇ ਹੁੰਦੇ ਸੀ। ਅਸੀਂ ਸੇਵਾਦਾਰ ਨੂੰ ਪੁੱਛਿਆ ਤੇ ਸੰਤ ਜੀ ਦੇ ਦਰਸ਼ਨ ਕਰਨੇ, ਉਹ ਕਹਿੰਦਾ ਜੀ ਉੱਪਰ ਹੈ। ਅਸੀਂ ਉੱਪਰ ਗਏ, ਪੌੜੀਆਂ ਚੜ੍ਹ ਕੇ ਸੱਜੇ ਪਾਸੇ ਥੰਨ ਸੀ ਤੇ ਉੱਥੇ ਕਮਰੇ 'ਚ ਅੰਦਰ ਵੜੇ ਤੇ ਹੌਲੀ ਹੌਲੀ ਵੈਦ ਜੀ ਨੂੰ ਕਹਿਣਾ, ਵੈਦ ਜੀ ਤੁਸੀਂ ਇੱਥੇ ਆ ਜਾਓ। ਬਾਹਰੋਂ ਸੰਤ ਜੀ ਆ ਗਏ। ਉਹ ਵੈਦ ਜੀ ਉੱਠ ਕੇ ਫਿਰ ਪ੍ਰਣਾਮ ਕਰਨਾ ਸੀ। ਵੈਦ ਜੀ ਮੈਂ ਤੁਹਾਨੂੰ ਬੜਾ ਰਿਹਾ ਸੱਚੀ ਸੰਤ ਹੈ, ਫਿਰ ਮੈਂ ਸੰਤ ਹੈ, ਮੈਂ ਸਿਰਫ ਇਹਨਾਂ ਰੱਖਣੇ ਨਹੀਂ ਜਾਂ ਬੜਨ ਤੇ ਬੈਠਾ ਸੀ। ਸੋ ਮੇਰਾ ਮਤਲਬ ਹੈ ਫਿਰ ਸਾਕੇ ਖਾਲੀ ਹੋਣੇ ਆ ਇਹ ਜਾਂ ਕਿ ਮੈਂ ਸਾਰਿਆਂ ਨੂੰ ਫਿਰ ਤੁਹਾਨੂੰ ਮਾਨਾ ਹੈ ਕਿ ਖਾਲਸਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ